अपराध हमारे खंडो अनेक विधि समझावो। हम अज्ञान अल्प मत थोरी, तुम अपन बिरद रखावो। तुमरी शरण तुम्हारी आसा, तुम ही सजन सुहेले। राखो राखनहार दयाला, नानक घर के गोले। राखो राखनहार दयाला, नानक घर के गोले। बदबख्त हम चूं बखील गाफल, बेनजर बेबाक। नानक बुगोयद जन तोरा, तेरे चाकरा पा खाक। नानक बुगोयद जन तुरा, तेरे चाकरा पा खाक। जुगो जुग अटल शब्द गुरु कलयुग दे तारनहार, शब्द अवतार ज्ञान दी मूरत ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਗੋਦ ਵਿੱਚ ਉਚੇਚੇ ਤੌਰ ਤੇ ਧੰਨ 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 ਸਤਿਗੁਰੂ ਧਰਮ ਰੱਖਿਅਕ ਧਰਮ ਤੋਜਾ ਤਿਆਗ ਦੀ ਮੂਰਤ ਤੇਗ ਦੇ ਧਨੀ ਸਤਿਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਸਜੇ ਦੀਵਾਨ ਵਿੱਚ ਹਾਜ਼ਰੀਆਂ ਭਰਦੇ ਅੰਮ੍ਰਿਤ ਵੇਲੇ ਤੋਂ ਜੁੜ ਬੈਠੇ ਸਤਸੰਗੀ ਜਨੋ, ਅੰਮ੍ਰਿਤ ਵੇਲੇ ਤੋਂ ਹੀ ਗੁਰਸ਼ਬਦ ਬਾਣੀ ਦੇ ਪ੍ਰਭਾ ਗੁਰੂ ਦਰਬਾਰ ਵਿਖੇ ਚੱਲ ਰਹੇ ਹਨ, ਜਿਸ ਵਿੱਚ ਨਿਤਨੇਮ ਬਾਣੀਆਂ ਤੋਂ ਉਪਰੰਤ ਆਪ ਜੀ ਨੇ ਬੜੇ ਹੀ ਪਿਆਰ ਦੇ ਨਾਲ ਇਕਾਗਰ ਹੋ ਕੇ ਗੁਰੂ ਕੇ ਕੀਰਤਨੀਆਂ ਪਾਸੋਂ ਆਸਾਕੀ ਵਾਰ ਦਾ ਕੀਰਤਨ ਸ਼ਬਦ ਕੀਰਤਨ ਸ਼ਰਵਣ ਕੀਤਾ ਹੈ। ਸਮਾਂ ਪਾਵਨ ਦਰਬਾਰ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਵਿਚਾਰਦਾ ਹੈ। ਅੱਜ ਵਿਚਾਰ ਅਧੀਨ ਜੋ ਗੁਰੂ ਦਾਤਾਰ ਦੇ ਅੰਮ੍ਰਿਤ ਹੁਕਮ ਹਨ, ਉਹਨਾਂ ਦਾ ਮੂਲ ਪਾਠ ਗੁਰੂ ਕੇ ਵਜ਼ੀਰ ਸਾਹਿਬ ਜੀ ਪਾਸੋਂ ਬਹੁਤ ਹੀ ਪਿਆਰ ਨਾਲ ਸ਼ਰਵਣ ਕਰ ਰਹੇ ਸੀ। ਆਓ ਜਿੱਥੇ ਮਾਲਕ ਨੇ ਸਾਡੇ ਤੇ ਤਰਸ ਕੀਤਾ, ਸਾਨੂੰ ਉਦਮ ਪ੍ਰੇਰਣਾ ਦੇ ਕੇ ਉਤਸ਼ਾਹ ਬਖਸ਼ ਕੇ ਗੁਰੂ ਦਰਬਾਰ ਵਿੱਚ ਜੋੜਿਆ ਹੈ, ਉੱਥੇ ਗੁਰੂ ਦੇ ਹੁਕਮਾਂ ਨਾਲ ਜੁੜੀਏ, ਕਿਉਂਕਿ ਆਇਆ ਪ੍ਰਵਾਨ ਤਾਂ ਹੀ ਹੈ ਜਦੋਂ ਅਸੀਂ ਸਤਿਗੁਰਾਂ ਦੀ ਮੱਤ ਗੁਰੂ ਦੇ ਹੁਕਮ ਨਾਲ ਜੁੜਾਂਗੇ। ਦਾਤੇ ਦੀ ਬਾਣੀ ਦਾ ਬੜਾ ਪਿਆਰਾ ਬਚਨ ਹੈ, ਗੁਰੂ ਰਾਮਦਾਸ ਸਾਹਿਬ ਦੇ ਮੁਖਾਰ ਬਿੰਦ ਚੋਂ ਉਚਾਰਨ ਹੋਇਆ ਕਲਾਮ, ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਸੋ ਉਦਮ ਸਦਕਾ ਆਏ, ਪ੍ਰੇਰਣਾ ਸਦਕਾ ਜੁੜੇ ਤੇ ਗੁਰੂ ਕਾ ਹੁਕਮ ਸੁਣਿਆ। ਸਮੇਂ ਵਿੱਚ ਰਹਿੰਦੇ ਆ ਗੁਰੂ ਦੇ ਬਚਨਾਂ ਦੀ ਵਿਚਾਰ ਨਾਲ ਸਾਂਝ ਕਰੀਏ ਜੀ। ਵਿਚਾਰਾਂ ਦੀ ਸਾਂਝ ਤੋਂ ਪਹਿਲੋਂ ਮਨੋਬਿਰਤੀਆਂ ਕਰੋ ਇਕਾਗਰ, ਲਗਾਓ ਹਾਜ਼ਰੀ, ਗੁਰੂ ਫਤਿਹ ਦੀ ਪ੍ਰਵਾਨਗੀ ਬਖਸ਼ੋ, ਕੋਈ ਰਸਨਾ ਵਾਂਝੀ ਨਾ ਰਵੇ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ महला पंजवा। आसा राग का शब्द है।
ਪੰਚਮ ਗੁਰਦੇਵ ਧੰਨ ਧੰਨ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੀ ਮੂਰਤ ਬਾਣੀ ਕੇ ਬੋਹਿਤ ਸਤਿਗੁਰੂ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਹਜ਼ੂਰ ਦੇ ਸੁੰਦਰ ਮੁਖਾਰ ਬਿੰਦ ਚੋਂ ਉਚਾਰਨ ਹੋਇਆ ਇਲਾਹੀ ਪੈਗਾਮ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 403 ਉੱਤੇ ਇਹ ਬਚਨ ਸ਼ੁਭਾਈਮਾਨ ਹੈ ਜੀ। ਅੱਜ ਦੇ ਇਸ ਬਚਨ ਵਿੱਚ ਸਤਿਗੁਰੂ ਨੇ ਜੋ ਰਹਾਉ ਦੇ ਬੰਦ ਵਿੱਚ ਪ੍ਰੇਰਣਾ ਦਿੱਤੀ ਹੈ, ਜੋ ਗਿਆਨ ਬਖਸ਼ਿਸ਼ ਕੀਤਾ, ਇਹ ਮਨੁੱਖੀ ਜ਼ਿੰਦਗੀ ਨੂੰ ਸਵਾਰਨ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਦਾ ਪਾਵਨ ਸ਼ਬਦ ਸਾਨੂੰ ਵਾਸ਼ਨਾਵਾਂ ਤੋਂ, ਵਿਕਾਰਾਂ ਤੋਂ ਰੋਕਦਾ ਹੈ। ਸਤਿਗੁਰੂ ਦਾ ਅੱਜ ਹੁਕਮ ਹੈ ਕਿ ਤੂੰ ਕਰਨ ਕੀ ਆਇਆ ਹੈ ਤੇ ਲੱਗਾ ਕਿਹੜੇ ਪਾਸੇ ਹੈ। ਉਹ ਚੇਤਨਤਾ, ਉਹ ਜਾਗ ਮੇਰੇ ਗੁਰੂ ਅੱਜ ਦੇਣਾ ਚਾਹੁੰਦੇ ਹੈ। ਸੋ ਰਹਾਉ ਦਾ ਬੰਦ ਹੈ, ਸਤਿਗੁਰੂ ਕਿਰਪਾ ਕਰ ਰਹੇ ਨੇ। ਅੰਧੇ ਚੇਤ ਹਰ ਹਰ ਰਾਇਆ, ਅੰਧੇ ਸ਼ਬਦ ਵਰਤੇ ਹੈ। ਅੰਧੇ ਦੀ ਦੁਨਿਆਵੀ ਰੂਪ ਵਿੱਚ ਪਰਿਭਾਸ਼ਾ ਤੇ ਗੁਰਮਤਿ ਦੇ ਵਿੱਚ ਪਰਿਭਾਸ਼ਾ ਵਿੱਚ ਅੰਤਰ ਹੈ। ਦੁਨੀਆ ਉਸ ਨੂੰ ਅੰਨਾ ਆਖਦੀ ਹੈ ਜਿਸ ਦੇ ਸਰੀਰ ਦੀ ਬਣਤਰ ਵਿੱਚ ਮੂੰਹ ਉੱਤੇ ਇਹ ਬਾਹਰਲੀਆਂ ਅੱਖਾਂ ਨਹੀਂ, ਪਰ ਗੁਰਮਤਿ ਦੇ ਵਿੱਚ ਪਾਤਸ਼ਾਹ ਜੀ ਉਹਨਾਂ ਨੂੰ ਅੰਨਾ ਨਹੀਂ ਆਖਦੇ। ਸਤਿਗੁਰੂ ਕਹਿੰਦੇ ਹਨ ਅਸਲ ਵਿੱਚ ਅੰਨੇ ਉਹ ਨੇ ਜਿਨ੍ਹਾਂ ਦੇ ਅੰਦਰ ਗੁਰੂ ਦੀ ਬਰਕਤ ਸਦਕਾ, ਗਿਆਨ ਦੀਆਂ ਸ਼ਬਦ ਦੀ ਬਰਕਤ ਨਾਲ ਅੱਖਾਂ ਨਹੀਂ ਖੁੱਲੀਆਂ, ਜਿਸ ਨੂੰ ਪਾਲਣ ਵਾਲਾ, ਸਾਜਣ ਵਾਲਾ ਤੇ ਸੰਘਾਰਨ ਵਾਲਾ ਰੱਬ ਦਿਖਾਈ ਨਹੀਂ ਦਿੱਤਾ। ਅਸਲ ਵਿੱਚ ਉਹ ਅੰਨੇ ਹੈ ਜੋ ਗੁਰੂ ਦੇ ਮਾਰਗ ਤੋਂ, ਸੱਚ ਦੇ ਮਾਰਗ ਤੋਂ ਕੁਰਾਹੇ ਪੈ ਕੇ ਗਲਤ ਰਸਤੇ ਤੁਰ ਪੈਂਦੇ ਨੇ। ਉਹਨਾਂ ਵਾਸਤੇ ਸ਼ਬਦ ਬਾਣੀ ਚ ਆਇਆ, ਅੰਧੇ ਨਾ ਆਖੀਆਂ ਜਿਨ ਮੁਖ ਲੋਇਣ ਨਾਹੀ। ਹਜ਼ੂਰ ਕਹਿੰਦੇ ਅੰਧੇ ਉਹਨਾਂ ਨੂੰ ਨਾ ਆਖੋ ਜਿਨ੍ਹਾਂ ਦੇ ਮੁਖ ਤੇ ਲੋਇਣ ਅੱਖਾਂ ਨਹੀਂ ਹਨ। ਅੰਧੇ ਸੇਈ ਨਾਨਕਾ, ਕਹਿੰਦੇ ਇਹ ਨਾਨਕ ਅੰਧੇ ਸੇਈ, ਸੇਈ ਦਾ ਅਰਥ ਉਹ ਹਨ। ਅਸਲ ਵਿੱਚ ਅੰਨੇ ਉਹ ਨੇ ਜੇ ਖਸਮੋ ਭੁੱਥੇ ਜਾਹੇ, ਜਿਹੜੇ ਖਸਮ ਤੋਂ, ਵਾਹਿਗੁਰੂ ਦੇ ਰਸਤੇ ਤੋਂ ਕੁਰਾਹੇ ਪੈ ਕੇ ਦੂਰ ਚਲੇ ਜਾਂਦੇ ਆ, ਉਹ ਅੰਨੇ ਹੈ। ਜੋ ਗੁਰੂ ਤੋਂ ਉਲਟ ਰਸਤਾ ਪ੍ਰਵਾਨਦੇ ਹੈ, ਜਿਹੜੇ ਗੁਰੂ ਦੇ ਗਿਆਨ ਤੋਂ ਮੁਨਕਰ ਨੇ, ਇਨਕਾਰੀ ਨੇ, ਉਹਨਾਂ ਨੂੰ ਅੰਨੇ ਕਿਹਾ। ਇਸ ਕਰਕੇ ਇੱਥੇ ਬਚਨ ਵਰਤਿਆ ਅੰਧੇ। ਇਹ ਗੁਰੂ ਦੇ ਰਸਤੇ ਤੋਂ, ਗੁਰੂ ਦੇ ਗਿਆਨ ਤੋਂ ਮੁਨਕਰ ਹੋਏ ਮਨੁੱਖ ਚੇਤ ਹਰ ਹਰ ਰਾਇਆ, ਉਸ ਹਰੀ ਵਾਹਿਗੁਰੂ ਨੂੰ ਚੇਤ ਚੇਤੇ ਕਰ ਰਾਇਆ ਸ਼ਬਦ ਰਾਏ ਤੋਂ, ਰਾਜੇ ਤੋਂ ਬਣਿਆ। ਹਰ ਰਾਇਆ ਪਰਮੇਸ਼ਰ ਪਰਮਾਤਮਾ ਪਾਤਸ਼ਾਹ ਜਿਹੜਾ ਹੈ, ਉਸ ਹਰੀ ਨੂੰ ਜਪ, ਕਿਉਂਕਿ ਤੇਰੇ ਜੀਵਨ ਦਾ ਮਕਸਦ ਤੇ ਉਸ ਨੂੰ ਜਪਣਾ ਹੀ ਹੈ, ਤੂੰ ਛੱਡ ਦਿੱਤਾ। ਇਸ ਲਈ ਸਤਿਗੁਰੂ ਕਹਿੰਦੇ ਨੇ ਕਿ ਭਾਈ ਜਾਗ, ਸੁਚੇਤ ਹੋ, ਅੱਖਾਂ ਖੋਲ ਗਿਆਨ ਦੀਆਂ, ਤੇ ਅੱਖਾਂ ਖੋਲ ਕੇ ਦੇਖ ਤੇਰੇ ਜੀਵਨ ਦਾ ਰਸਤਾ ਕਿਹੜਾ ਹੈ, ਜਿਸ ਦੇ ਰਾਹੀਂ ਤੂੰ ਨਿਰੰਕਾਰ ਨੂੰ ਪ੍ਰਾਪਤ ਕਰਨਾ ਹੈ। ਅੱਗੇ ਬਚਨ ਕਰਦੇ, 1300 ਦਿਨ ਨੇੜੇ ਆਇਆ ਰਹਾਓ। ਅਗਰ ਤੂੰ ਹੁਣ ਵੀ ਨਹੀਂ ਜਾਗਿਆ, ਹੁਣ ਵੀ ਤੂੰ ਅੱਖਾਂ ਖੋਲ ਕੇ ਰਸਤਾ ਰੱਬ ਦਾ ਨਹੀਂ ਵੇਖਿਆ, ਤੇ ਤੇਰੇ ਜੀਵਨ ਦਾ ਸਮਾਂ ਮੁੱਕਣ ਤੇ ਆਇਆ ਪਿਆ। 1300 ਦਿਨ ਨੇੜੇ ਆਇਆ। 100 ਦਿਨ ਕਿਹੜਾ ਭਾਵ ਉਹ ਅੰਤਲਾ ਦਿਨ, ਅੰਤਲਾ ਵਕਤ ਤੇਰਾ ਨੇੜੇ ਆ ਰਿਹਾ ਹੈ। ਤੇ ਬਾਰ-ਬਾਰ ਗੁਰਬਾਣੀ ਸਮਝਾਉਂਦੀ ਹੈ ਕਿ 100 ਦਿਨ ਨੇੜੇ ਆਏ ਹੋਏ, ਉਹ ਦਿਨ ਤੇਰਾ ਬਹੁਤ ਨਜ਼ਦੀਕ ਆ ਰਿਹਾ। ਤੇ ਆ ਕਿਵੇਂ ਰਿਹਾ? ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਘਟੈ ਤਨ ਛੀਜੈ, ਕਾਲ ਅਹੇਰੀ ਫਿਰੈ ਬਦਿਕ ਜੋ ਕਹੋ ਕਵਨ ਬਿਦ ਕੀਚੈ। 100 ਦਿਨ ਨੇੜੇ ਆਇਆ, ਤੇਰਾ ਉਹ ਦਿਨ ਨੇੜੇ ਆ ਰਿਹਾ ਹੈ। ਸਮਾਂ ਤੇਰਾ ਮੁੱਕਦਾ ਜਾ ਰਿਹਾ ਹੈ। ਤੂੰ ਜਾਗ, ਤੂੰ ਹੁਕਮ ਗੁਰੂ ਕਾ ਮੰਨ ਲੈ,
ਤੂੰ ਚੇਤੇ ਕਰ ਲੈ, ਜਿਸ ਵਖਰ ਕੋ ਲੈਣ ਤੂੰ ਆਇਆ ਉਸ ਦੀ ਕਿਤੇ ਕਮਾਈ ਕਰ ਲੈ, ਵਰਨਾ ਬੀਤ ਜੈ ਹੈ ਜਨਮ ਅਕਾਜਰੇ। ਨਿਸ ਦਿਨ ਸੁਨ ਕੈ ਪੁਰਾਨ, ਸਮਝਤ ਨਹਿਰੇ ਅਜਾਨ। ਕਾਲ ਤੋਂ ਪਹੁੰਚਿਓ ਆਨ, ਕਹਾਂ ਜੈ ਹੈ ਭਾਜਰੇ। ਅਸਥਿਰ ਜੋ ਮਾਨਿਓ ਦੇਹ, ਸੋ ਤੋ ਤੇਰੋ ਹੋਏ ਹੈ ਖੇ। ਕਿਉਂ ਨਾ ਹਰ ਕੋ ਨਾਮ ਲੈ, ਮੂਰਖ ਨਿਲਾਜਰੇ। ਅੰਧੇ ਚੇਤ ਹਰ ਹਰ ਰਾਇਆ, ਹਰ ਜਪਤੇ ਆਖਿਨ ਢਿਲ। ਨਾ ਕੀ ਜਈ ਮੇਰੀ ਜਿੰਦੁੜੀਏ, ਮਤ ਕੇ ਜਾਪੈ ਸਾ ਆਵੈ। ਕੇ ਨਾ ਆਵੈ ਰਾਮ ਤੇਰਾ, ਸੋ ਦਿਨ ਨੇੜੇ ਆਇਆ। ਬਹੁਤ ਕੁਛ ਗੁਰੂ ਨੇ ਬਾਣੀ ਵਿੱਚ ਆਪਣੇ ਜੀਵਨ ਦੇ ਇਸ ਕੀਮਤੀ ਸਮੇਂ ਨੂੰ ਸੰਭਾਲਣ ਲਈ ਪ੍ਰੇਰਿਆ। ਤੇਰੇ ਜੀਵਨ ਵਿੱਚ ਬੰਦੇ ਬਹੁਤ ਕੁਝ ਕਰਨ ਯੋਗ ਹੈ, ਲੇਕਿਨ ਖਾਣਾ ਪੀਣਾ ਹੱਸਣਾ ਸੋਣਾ ਵਿਸਰ ਗਿਆ ਹੈ ਮਰਨਾ, ਉਹ ਅਕਾਲ ਪੁਰਖ ਭੁੱਲ ਗਿਆ। ਕੇਵਲ ਤੋਂ ਕੇਵਲ ਜ਼ਿੰਦਗੀ ਨੂੰ ਪਸ਼ੂ ਕੀ ਨਿਆਈ, ਜਿਹੜੀ ਬਾਰ-ਬਾਰ ਬਾਣੀ ਨੇ ਤਾਕੀਦ ਕੀਤੀ ਹੈ, ਆਪਣੇ ਅਸਲ ਮਕਸਦ ਨੂੰ ਛੱਡ ਕੇ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ। ਹਜ਼ੂਰ ਕਹਿੰਦੇ ਬਾਹਰ ਭੇਖ ਅੰਤਰ ਮਲ ਮਾਇਆ, ਛਪਸ ਨਾਹੀ ਕਛ ਕਰੇ ਛਪਾਇਆ। ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸੁਆਨ। ਅੰਤਰ ਅਗਨ ਬਾਹਰ ਤਨ ਸੁਆ, ਗਲ ਪਾਥਰ ਕੈਸੇ ਤਰੈ ਅਥਾ। ਤੇਰਾ ਸੋ ਦਿਨ ਨੇੜੇ ਆਇਆ। ਉਹ ਵਕਤ ਅੰਤਲਾ ਸਮਾਂ ਤੇਰਾ ਨੇੜੇ ਆ ਰਿਹਾ। ਹੁਣ ਬਾਬਾ ਜੀ ਨੇ, ਗੁਰੂ ਪਾਤਸ਼ਾਹ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਾਕੀ ਦੇ ਸ਼ਬਦ ਵਿੱਚ ਜ਼ਿੰਦਗੀ ਕਿਵੇਂ ਤੂੰ ਬਤੀਤ ਕਰ ਰਹੇ ਆ, ਬੇਅਰਥ ਬੇਮਾਇਨੇ ਮਕਸਦ ਤੋਂ ਹੀਣੀ, ਉਹ ਕੀ ਕੀ ਕਾਰਜ ਨੇ ਉਹ ਬਿਆਨ ਕੀਤੇ ਹੈ। ਪਹਿਲੇ ਬੰਦ ਵਿੱਚ ਹਜ਼ੂਰ ਕਹਿੰਦੇ ਨਿਮਕ ਕਾਮ ਸਵਾਦ ਕਾਰਨ, ਕੋਟ ਦਿਨਸ ਦੁਖ ਪਾਵਹਿ। ਇੱਥੇ ਕਾਮ ਸ਼ਬਦ ਵਰਤੇ ਹੈ, ਕਾਮ ਵਾਸ਼ਨਾ ਲਈ। ਥੋੜਾ ਜਿਹਾ ਤਵੱਜੋ ਦੇਣਾ, ਸਮਝਣ ਲਈ ਕੇਵਲ ਇੱਕ ਦੁਨੀਆਵੀ ਗੱਲ ਕਰਾਂ। ਜਿਵੇਂ ਕੋਈ ਨਗਰ ਹੁੰਦਾ ਹੈ ਤੇ ਨਗਰ ਵਿੱਚ ਮੋਹੱਲੇ ਹੁੰਦੇ ਹੈ। ਇਸ ਸੰਸਾਰ ਰੂਪ ਨਗਰ ਵਿੱਚ ਦੋ ਮੋਹੱਲਿਆਂ ਦਾ ਜ਼ਿਕਰ ਹੈ। ਆਪਾਂ ਅਗਰ ਸਮਝੀਏ ਇਸ ਗੱਲ ਨੂੰ, ਇੱਕ ਮੋਹੱਲਾ ਹੈ ਸ਼ਰਾਰਤੀ, ਇੱਕ ਮੋਹੱਲਾ ਹੈ ਪਰਮਾਰਥੀ। ਸ਼ਰਾਰਤੀ ਮੋਹੱਲਾ ਉਹ ਹੈ ਜਿਸ ਦਾ ਮੁਖੀਆ ਇੱਕ ਕਾਮ ਹੈ, ਜਿਸ ਦਾ ਹਵਾਲਾ ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੇ ਰਹੇ ਹੈ। ਕਿਉਂਕਿ ਜਦੋਂ ਇਹ ਵਿਸ਼ੇ ਵਿਕਾਰਾਂ ਦੇ ਅਧੀਨ ਮਨੁੱਖ ਪੈਂਦਾ ਹੈ ਤੇ ਗੁਰਦੇਵ ਨੇ ਨਿਮਕ ਸ਼ਬਦ ਨਾਲ ਵਰਤਿਆ। ਕਹਿੰਦੇ ਨਿਮਕ ਬਹੁਤ ਥੋੜਾ। ਨਿਮਕ ਸ਼ਬਦ ਦਾ ਮਤਲਬ ਹੁੰਦਾ ਅੱਖ ਝਮਕਣ ਜਿੰਨਾ ਸਮਾਂ। ਕਹਿੰਦੇ ਇਤਨੀ ਦੇਰ ਦੇ ਸਵਾਦ ਦੀ ਖਾਤਰ ਕੋਟ ਦਿਨਸ ਦੁਖ ਪਾਵੇਂ, ਤੂੰ ਗੁਨਾਹ ਕਰ ਬੈਠਦਾ ਹੈ, ਅਪਰਾਧ ਕਰ ਬੈਠਦਾ ਹੈ। ਤੇ ਇਹ ਸ਼ਰਾਰਤੀ ਮੋਹੱਲੇ ਦੀ ਗੱਲ ਹੈ, ਅੰਦਰ ਦੀ ਖੇਡ ਹੈ ਸਾਰੀ, ਕਿ ਜੀਵਨ ਵਿੱਚ ਕੇਵਲ ਕਾਮ ਵਾਸ਼ਨਾ, ਲੋਭ, ਮੋਹ, ਅਹੰਕਾਰ, ਈਰਖਾ, ਦਵੈਸ਼, ਕੁੜੱਤਣ, ਨਿੰਦਾ, ਚੁਗਲੀ, ਇਹਨਾਂ ਦੀ ਫੌਜ ਤੁਰੀ ਫਿਰਦੀ ਹੈ। ਤੇ ਹਰ ਮੁਹੱਲੇ ਦੀ ਵਸੋਂ ਦਾ ਇਹੀ ਸਿਸਟਮ ਹੈ ਕਿ ਮੇਰੇ ਮੁਹੱਲੇ ਵਿੱਚ ਜ਼ਿਆਦਾ ਭੀੜ ਹੋਵੇ। ਉਸ ਦਾ ਮੁਖੀਆ ਚਾਹੁੰਦਾ ਹੀ ਹੈ ਵੀ ਮੇਰੇ ਕੋਲ ਵਸੋਂ ਜ਼ਿਆਦਾ ਹੋਣੀ ਚਾਹੀਦੀ ਹੈ, ਤੇ ਇਹ ਕੰਮ ਵੀ ਚਾਹੁੰਦਾ ਵੀ ਮੇਰੇ ਵੱਲ ਲੋਕ ਜ਼ਿਆਦਾ ਆਣ, ਤਾਂ ਕਿ ਸ਼ਰਾਰਤੀ ਮੁਹੱਲਾ ਜਿਹੜਾ ਹੈ, ਗਲਤ ਮੁਹੱਲਾ ਜਿਹੜਾ ਇਹ ਭਰਿਆ ਰਵੇ। ਤੇ ਦੂਸਰਾ ਹੈ ਪਰਮਾਰਥੀ। ਇੱਥੇ ਮੁਖੀਆ ਸ਼ਰਾਰਤੀ ਵਿੱਚ ਕਾਮ ਸੀ ਤੇ ਪਰਮਾਰਥੀ ਵਿੱਚ ਪ੍ਰਧਾਨ ਹੈ ਨਾਮ। ਇੱਕ ਦਾ ਕਾਮ ਹੈ, ਇੱਕ ਦਾ ਨਾਮ ਹੈ। ਜਿਹੜਾ ਕਾਮ ਵਾਲਾ ਵਿਸ਼ਾ ਹੈ, ਇਹ ਖੁਆਰੀ ਵਾਲਾ ਦਰਬਾਰ ਹੈ, ਖੁਆਰੀ ਵਾਲੀ ਵਸੋਂ ਹੈ। ਤੇ ਜਿਹੜਾ ਨਾਮ ਵਾਲਾ ਹੈ, ਸਾਧ ਸੰਗਤ, ਉਹ ਤੇ ਰੁਲਦਿਆਂ ਨੂੰ ਵੀ ਸਿੱਧੇ ਰਾਹ ਪਾਉਂਦਾ ਹੈ, ਉਹ ਡੁੱਬਦਿਆਂ ਨੂੰ ਆਸਰਾ ਦਿੰਦਾ ਹੈ, ਉਹ
ਖੋਟਿਆਂ ਨੂੰ ਖਰੇ ਬਣਾਉਂਦਾ ਹੈ। ਤੇ ਇਸੇ ਕਰਕੇ ਦੇਖੋ ਉੱਥੇ ਵਸੋਂ ਭਾਵੇਂ ਥੋੜੀ ਹੈ, ਲੇਕਿਨ ਜਦੋਂ ਵੀ ਇਤਿਹਾਸ ਵਾਚਿਆ ਪੜ੍ਹਿਆ ਜਾਂਦਾ ਹੈ, ਜਦੋਂ ਵੀ ਉਦਾਹਰਨਾਂ ਦਿੱਤੀਆਂ ਜਾਂਦੀਆਂ, ਉਹ ਇਹਨਾਂ ਦੀਆਂ ਹੀ ਦਿੱਤੀਆਂ ਜਾਂਦੀਆਂ ਜਿਹੜੇ ਨਾਮ ਦੇ ਅਧੀਨ ਹੋ ਕੇ ਚੱਲਦੇ ਹੈ। ਮੈਂ ਇਸ ਦੀ ਇੱਕ ਹੋਰ ਉਦਾਹਰਣ ਬਾਣੀ ਵਿੱਚੋਂ ਸਾਂਝੀ ਕਰਾਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ 22 ਵਾਰਾਂ ਨੇ। ਇਹਨਾਂ 22 ਵਾਰਾਂ ਵਿੱਚ 9 ਧੁਨੀਆਂ ਹੈ। ਉਹਨਾਂ 9 ਧੁਨੀਆਂ ਦੇ ਵਿੱਚ 3 ਧੁਨਾਂ ਐਸੀਆਂ ਨੇ ਜਿਹੜੀਆਂ ਇਸ ਕਾਮ ਨਾਲ ਸੰਬੰਧਿਤ ਜਿੱਤ ਹਾਸਲ ਕੀਤੇ ਹੋਏ ਲੋਕਾਂ ਦੀ ਗਾਇਨ ਕੀਤੀ ਹੋਈ ਸਿਫਤ ਦੀ ਤਰਜ਼ ਤੇ ਨੇ, ਜਿਸ ਵਿੱਚ ਇੱਕ ਵਾਰ ਹੁਣੇ ਆਪ ਜੀ ਨੇ ਸਰਵਣ ਕੀਤੀ, ਆਸਾ ਕੀ ਵਾਰ। ਤੁਸੀਂ ਆਸਾ ਕੀ ਵਾਰ ਦਾ ਸਿਰਲੇਖ ਪੜੋ। ਆਸਾ ਕੀ ਵਾਰ ਦਾ ਸਿਰਲੇਖ ਹੈ ਟੁੰਡੇ ਅਸ ਰਾਜੈ ਕੀ ਧੁਨੀ। ਇਹ ਜਿਹੜਾ ਅਸ ਰਾਜਾ ਸੀ, ਇਹ ਇਸ ਦੇ ਪਿਤਾ ਦਾ ਨਾਂ ਸੀ ਸਾਰੰਗ, ਤੇ ਸਾਰੰਗ ਦੀ ਉਮਰ ਵਡੇਰੀ ਸੀ ਪਰ ਰਾਜਾ ਸੀ। ਉਸ ਨੇ ਬਜ਼ੁਰਗੀ ਵਾਲੇ ਸਮੇਂ ਵਿੱਚ ਇੱਕ ਵਿਆਹ ਕੀਤਾ। ਉਸ ਦੀ ਜਿਹੜੀ ਪਤਨੀ ਸੀ, ਇਧਰ ਜਿਹੜਾ ਇਸ ਰਾਜਾ ਸੀ ਅਸ, ਇਹ ਜਵਾਨ ਸੀ, ਇਹ ਪਹਿਲੀ ਮਾਤੋਂ ਸੀ। ਤੇ ਜਿਹੜੀ ਮਤਰੇਈ ਇਸ ਦੀ ਮਾਂ ਛੋਟੀ ਆਈ, ਉਸ ਨੇ ਇਸ ਨੂੰ, ਇਸ ਦੀ ਸੁੰਦਰਤਾ ਨੂੰ ਦੇਖ ਕੇ ਇਸ ਦੇ ਨਾਲ ਗਲਤ ਹੋਣਾ ਚਾਹਿਆ। ਇਸ ਨੇ ਉਸ ਨੂੰ ਮਾੜਾ ਚੰਗਾ ਬੋਲਿਆ, ਰਿਸ਼ਤੇ ਦੀ ਦੁਹਾਈ ਪਾਈ ਵੀ ਤੇਰਾ ਮੇਰਾ ਮਾਂ ਤੇ ਪੁੱਤ ਦਾ ਰਿਸ਼ਤਾ ਹੈ। ਇਹ ਚੰਗਾ ਸੀ ਕਿਰਦਾਰ ਪੱਖੋਂ। ਤੇ ਹੋਇਆ ਕਿ ਰਾਣੀ ਨੇ ਇਸ ਤੋਂ ਪਹਿਲਾਂ ਹੀ ਆਪਣੇ ਪਤੀ ਨੂੰ ਦੱਸ ਦਿੱਤਾ। ਇਸ ਦੇ ਪਿਤਾ ਸਾਰੰਗ ਨੇ ਹੁਕਮ ਜਾਰੀ ਕੀਤਾ ਕਿ ਅਸ ਨੂੰ ਕਤਲ ਕਰ ਦਿੱਤਾ ਜਾਵੇ। ਇਹ ਬਦਨੀਤ ਹੈ, ਇਸ ਨੇ ਆਪਣੀ ਮਾਂ ਦੇ ਉੱਤੇ ਮਾੜੀ ਨੀਤ ਰੱਖੀ ਹੈ। ਜਿਹੜੇ ਵਜ਼ੀਰ ਸਨ ਉਹ ਚੰਗੀ ਤਰ੍ਹਾਂ ਜਾਣਦੇ ਸੀ ਵੀ ਅਸ ਰਾਜਾ ਕਿਰਦਾਰ ਦਾ ਬਹੁਤ ਅੱਛਾ ਹੈ, ਭਾਵੇਂ ਨੌਜਵਾਨ ਬੱਚਾ ਹੈ, ਰਾਜ ਪੁੱਤਰ ਹੈ, ਰਾਜੇ ਦੇ ਘਰ ਵਿੱਚ ਜਨਮਿਆ ਹੈ, ਰਾਜ ਘਰਾਣੇ ਦਾ ਰਾਜਕੁਮਾਰ ਹੈ, ਪਰ ਹੈ ਚੰਗਾ। ਤੇ ਉਹ ਫੜ ਕੇ ਲੈ ਗਏ, ਪਰ ਜੰਗਲ ਵਿੱਚ ਉਹਨਾਂ ਨੂੰ ਤਰਸ ਆਇਆ ਤੇ ਉਹਨਾਂ ਨੇ ਕਿਹਾ ਵੀ ਤੈਨੂੰ ਅਸੀਂ ਮਾਰ ਨਹੀਂ ਸਕਦੇ, ਹੁਕਮ ਭਾਵੇਂ ਰਾਜੇ ਦਾ ਮਾਰਨ ਦਾ ਹੈ, ਪਰ ਅਸੀਂ ਤੈਨੂੰ ਜਾਣਦੇ ਹਾਂ, ਤੂੰ ਬਹੁਤ ਨੇਕ ਦਿਲ ਇਨਸਾਨ ਹੈ। ਤੇ ਉਹਨਾਂ ਨੇ ਇਸ ਦੀ ਬਾਹਾਂ ਵੱਢ ਕੇ ਤੇ ਕਿਹਾ ਸੀ ਵੀ ਤੇਰੀ ਬਾਹ ਲੈ ਚੱਲੇ ਆ ਦਿਖਾਣ ਲਈ ਤੇ ਤੂੰ ਦੌੜ ਜਾ। ਇਸ ਦੀ ਬਾਹ ਲਿਆ ਕੇ ਰਾਜੇ ਨੂੰ ਪੇਸ਼ ਕਰ ਦਿੱਤੀ। ਰਾਜਾ ਸਾਰੰਗ ਨੂੰ ਯਕੀਨ ਹੋ ਗਿਆ ਵੀ ਪੁੱਤਰ ਦਾ ਕਤਲ ਕਰ ਦਿੱਤਾ, ਪਰ ਇਸ ਨੂੰ ਦੂਸਰੇ ਰਾਜੇ ਦੇ ਘਰ ਸ਼ਰਨ ਮਿਲੀ। ਉਹ ਰਾਜਾ ਮਰਿਆ ਤੇ ਰਾਜਪਾਟ ਅਸ ਨੂੰ ਮਿਲ ਗਿਆ। ਜਦੋਂ ਇਸ ਦੇ ਪਿਤਾ ਦੇ ਰਾਜ ਵਿੱਚ ਵਿਪਤਾ ਆਈ, ਵਜ਼ੀਰਾਂ ਨੇ ਦੱਸ ਪਾ ਦਿੱਤੀ ਵੀ ਤੈਨੂੰ ਪਤਾ ਤੇਰਾ ਗਵਾਂਢੀ ਰਾਜਾ ਤੇਰਾ ਪੁੱਤਰ ਹੈ। ਫਿਰ ਇਸ ਨੇ ਆਪਣੇ ਮਾਤਾ ਪਿਤਾ ਦੀ ਵੀ ਸਾਰ ਲਈ, ਇਸ ਨੇ ਆਪਣੇ ਰਾਜ ਪ੍ਰਬੰਧ ਨੂੰ ਵੀ ਸੁਚਾਰੂ ਤਰੀਕੇ ਚਲਾਇਆ। ਤੇ ਉਸ ਵਕਤ ਦੇ ਜਿਹੜੇ ਢਾਡੀ ਸੀ ਕਿ ਵਾਰਾਂ ਗਾਉਣ ਵਾਲੇ, ਉਹਨਾਂ ਨੇ ਅਸ ਰਾਜੇ ਦੀ ਸਿਫਤ ਕੀਤੀ ਵੀ ਕਿਰਦਾਰ ਵੀ ਬਚਾਇਆ ਤੇ ਪੁੱਤਰ ਦੇ ਰੂਪ ਵਿੱਚ ਆਪਣੇ ਪਰਿਵਾਰ ਦੀ ਰਾਜ ਦੀ ਸੰਭਾਲ ਵੀ ਕੀਤੀ। ਤੇ ਗੁਰਦੇਵ ਨੇ ਇੱਕ ਵਾਰ ਉਸ ਰਾਜਾ ਅਸ ਦੀ ਧੁਨ ਤੇ ਗਾਇਨ ਕਰਨ ਦੀ ਹਿਦਾਇਤ ਕੀਤੀ। ਅੱਜ ਜਿਵੇਂ ਹੁਣ ਆਪਾਂ ਅੱਜ ਸੁਣੀ ਹੈ ਨਾ, ਔਰ ਕਮਾਲ ਦੇਖੋ, ਅੰਮ੍ਰਿਤ ਵੇਲੇ ਦੀ ਹੀ ਆਸਾ ਕੀ ਵਾਰ ਦੇ ਕੀਰਤਨ ਸ਼ੈਲੀ ਗੁਰੂ ਕਾਲ ਤੋਂ ਹੈ। ਇਸ ਵਾਰ ਦੀ ਤਰਜ਼ ਕੀ ਟੁੰਡੇ ਅਸ ਰਾਜੇ ਕੀ ਧੁਨੀ ਹੈ, ਅਸ ਰਾਜੇ ਦੀ ਧੁਨ ਤੇ ਗਾਈ ਜਾਂਦੀ ਹੈ। ਕਿਉਂ ਸਿਫਤ ਹੋਈ? ਕਿਉਂਕਿ ਕਾਮ ਦੇ ਅਧੀਨ ਨਹੀਂ ਹੋਇਆ, ਉਸਨੇ ਕਾਮ ਦੇ ਉੱਤੇ ਜਿੱਤ ਹਾਸਲ ਕੀਤੀ ਤੇ ਉਸ ਦੀ ਸ਼ੋਭਾ ਹੈ। ਕਿਉਂਕਿ ਉਹ ਪਰਮਾਰਥ ਦੇ ਦੇਸ਼ ਦਾ, ਪਰਮਾਰਥ ਦੇ ਮੋਹਲੇ ਦਾ ਵਸਨੀਕ ਹੈ। ਇੱਕ ਵਾਰ ਹੋਰ ਆਂਦੀ ਹੈ ਗੂਜਰੀ ਕੀ ਵਾਰ। ਗੂਜਰੀ ਕੀ ਵਾਰ ਇਬਰਾਹਿਮ ਤੇ ਸਿਕੰਦਰ ਦੀ ਧੁਨ ਦੇ ਉੱਤੇ ਹੈ। ਇਹਨਾਂ ਵਿੱਚ ਵੀ ਜਿਹੜਾ ਸਿਕੰਦਰ ਸੀ ਉਹ ਇਖਲਾਕੀ ਮਿਆਰ ਵਿੱਚ ਬਹੁਤ ਨੇਕ ਸੀ ਤੇ ਇਬਰਾਹਿਮ ਕਿਰਦਾਰ ਦਾ ਮਾੜਾ ਸੀ। ਉਹੀ ਵਾਰਤਾ ਇੱਥੇ ਵੀ ਹੈ ਕਿ ਇਬਰਾਹਿਮ ਨੇ ਕਿਸੇ ਰਾਜ ਆਪਣੇ ਪ੍ਰਬੰਧ ਵਿੱਚ ਇੱਕ ਬੱਚੀ ਦੇ ਨਾਲ ਗਲਤ ਹੋਣਾ ਚਾਹਿਆ, ਉਸ ਦਾ ਜੱਤ ਭੰਗ ਕਰਨਾ ਚਾਹਿਆ। ਉਸ ਬੱਚੀ ਦੇ ਪਿਤਾ ਨੇ ਸਿਕੰਦਰ ਨੂੰ ਗੁਹਾਰ ਲਾਈ ਤੇ ਸਿਕੰਦਰ ਨੇ ਇਬਰਾਹਿਮ ਨੂੰ ਕੈਦ ਕੀਤਾ। ਗੁਨਾਹ ਉਸਨੇ ਕਬੂਲ ਕਰ ਲਿਆ ਤੇ ਫਿਰ ਉਸ ਨੂੰ ਮੁਆਫ ਵੀ ਕੀਤਾ, ਕਿਉਂਕਿ ਜਿਹੜੇ ਨੇਕ ਦਿਲ ਇਨਸਾਨ ਹੁੰਦੇ ਆ ਉਹ ਮਾੜੇ ਨਾਲ ਵੀ ਨੇਕ ਸੁਭਾਈ ਵਰਤਦੇ ਆ। ਉਸਨੇ ਤੋਬਾ ਕੀਤੀ ਤੇ ਉਸ ਨੂੰ ਰਿਹਾ ਕਰਾ ਦਿੱਤਾ।
ਉਸ ਦਾ ਗੂਜਰੀ ਦੀ ਵਾਰ ਦੇ ਉੱਤੇ ਸਿਰਲੇਖ ਹੈ। ਤੀਸਰੀ ਵਾਰ ਆਂਦੀ ਹੈ ਕਾਨੜੇ ਦੀ ਵਾਰ। ਜਿਹੜੀ ਕਾਨੜੇ ਦੀ ਵਾਰ ਹੈ ਉਸ ਦੇ ਉੱਤੇ ਹੈ ਉਹ ਮੂਸੇ ਦਾ ਜ਼ਿਕਰ ਆਂਦਾ ਹੈ। ਉਸ ਦਾ ਵੀ ਇਹੀ ਕਿਰਦਾਰ ਸੀ ਵੀ ਉਹ ਜੀਵਨ ਮਿਆਰ ਪੱਖੋਂ ਬਹੁਤ ਨੇਕ ਸੀ। ਕਹਿਣ ਤੋਂ ਮੁਰਾਦ ਹੈ ਗੁਰਦੇਵ ਨੇ ਜਿੱਥੇ ਨਿਮਕ ਕਾਮ ਸਵਾਦ ਕਾਰਨ ਕੋਟ ਦਿਨਸ ਦੁਖ ਪਾਵੈ ਇਹ ਬਚਨ ਵਰਤੇ ਹੈ, ਉੱਥੇ ਧੁਨਾ ਵੀ ਉਹਨਾਂ ਲੋਕਾਂ ਦੀਆਂ ਤਿੰਨ ਦੀਆਂ ਵਰਤੀਆਂ ਜਿਨ੍ਹਾਂ ਨੇ ਇਸ ਗੰਦੇ ਰਸਤੇ ਨੂੰ ਛੱਡ ਕੇ ਇਸ ਚਿੱਕੜ ਤੋਂ ਉੱਪਰ ਉੱਠ ਕੇ ਆਪਣਾ ਜੀਵਨ ਦਾ ਮਿਆਰ ਬਹੁਤ ਚੰਗਾ ਬਣਾਇਆ ਤੇ ਗੁਰੂ ਨੇ ਉਹਨਾਂ ਦਾ ਆਦਰਸ਼ ਰੂਪ ਵਿੱਚ ਇੱਕ ਸਾਡੇ ਸਾਹਮਣੇ ਜੀਵਨ ਰੱਖਿਆ। ਕਿਉਂਕਿ ਜਦੋਂ ਅਸੀਂ ਬਾਣੀ ਪੜਾਂਗੇ ਤੇ ਅਸੀਂ ਧੁਨਾ ਵੀ ਖੋਜਾਂਗੇ ਨਾ ਇਹ ਕਿਸ ਦੀ ਹੈ। ਪਰ ਖਿਮਾ ਮੰਗ ਕੇ ਇੱਕ ਬੇਨਤੀ ਕਰਾਂਗਾ, ਅਸੀਂ ਤੇ ਜਪਜੀ ਸਾਹਿਬ ਨੂੰ ਹੀ ਪੜਨ ਨੂੰ ਤਿਆਰ ਨਹੀਂ, ਧੁਨਾ ਤੇ ਬਹੁਤ ਦੂਰ ਦੀਆਂ ਗੱਲਾਂ। ਸਾਨੂੰ ਰਾਗਾਂ ਬਾਰੇ, ਸਾਨੂੰ ਵਾਰਾਂ ਬਾਰੇ ਅਗਰ ਅਸੀਂ ਜਾਣਕਾਰੀ ਲੈਣਾ ਚਾਹੀਏ, ਕਿੰਨੇ ਗੁਰੂ ਵਿਅਕਤੀਆਂ ਦੀ, ਕਿੰਨੇ ਮਹਾਂਪੁਰਖਾਂ ਦੀ ਬਾਣੀ ਦਰਜ ਹੈ, ਇਸ ਪਾਸੇ ਵੀ ਸਾਡਾ ਧਿਆਨ ਬਹੁਤਾ ਨਹੀਂ। ਕਾਰਨ ਹੈ ਹਰ ਚੀਜ਼ ਦਾ ਸ਼ੌਂਕ ਹੁੰਦਾ ਹੈ, ਹਰ ਚੀਜ਼ ਵਾਸਤੇ ਪਿਆਰ ਦੀ ਲੋੜ ਹੈ। ਸਾਡੇ ਦਿਲ ਵਿੱਚ ਜਿਸ ਦਿਨ ਗੁਰ ਸ਼ਬਦ ਲਈ ਪ੍ਰੀਤ ਜਾਗੇਗੀ, ਅਸੀਂ ਗੁਰਬਾਣੀ ਨੂੰ ਨਿਰਾਪੁਰਾ ਬਾਹਰੋਂ ਦੇਖਾਂਗੇ ਨਹੀਂ, ਗੁਰਬਾਣੀ ਦੇ ਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਸਿਰਲੇਖ ਨੂੰ ਵੀ ਦੇਖਾਂਗੇ, ਸਮਝਾਂਗੇ ਵੀ ਗੁਰੂ ਬਾਬਾ ਜੀ ਇਸ ਸ਼ਬਦ ਦੇ ਸਿਰਲੇਖ ਵਿੱਚ ਕੀ ਕਹਿਣਾ ਚਾਹੁੰਦੇ ਹੈ। ਵਾਰਾਂ ਦਾ ਸਿਰਲੇਖ ਹੈ, ਰਾਗ ਦਾ ਨਾਮ ਹੋਵੇ, ਵਾਰ ਹੋਵੇ, ਸਿੱਧਾ ਸਾਨੂੰ ਨਹੀਂ ਮਤਲਬ, ਪਰ ਉੱਥੇ ਕੋਈ ਨਾ ਕੋਈ ਕਾਰਨ ਹੈ ਤੇ ਗੁਰੂ ਨੇ ਹਵਾਲੇ ਦਿੱਤੇ ਹੈ। ਖੈਰ, ਪਾਤਸ਼ਾਹ ਕਹਿੰਦੇ ਨਿਮਕ ਕਾਮ ਸਵਾਦ ਕਾਰਨ ਕੋਟ ਦਿਨਸ ਦੁਖ ਪਾਵੈ। ਹੁਣ ਜਿੱਥੇ ਇੱਕ ਮਾੜੇ ਲੋਕਾਂ ਦੀ ਵਸੋਂ ਹੈ, ਵਿਚਾਰਾਂ ਦੀ ਗੱਲ ਹੈ ਅੰਦਰ ਦੀ, ਉੱਥੇ ਨਾਮ ਰਸੀਆਂ ਦੀ ਵੀ ਗੱਲ ਹੈ। ਤੇ ਜਿਸ ਗੁਰੂ ਨਾਨਕ ਦਾਤੇ ਦੇ ਘਰ ਬੈਠੇ ਆ, ਬਾਬਾ ਨਾਨਕ ਜੀ ਦਾ ਇੱਕ ਬੜਾ ਪਿਆਰਾ ਮਿਸ਼ਨ ਇਹ ਹੈ, ਉਹਨਾਂ ਨੇ ਆਪਣੇ ਸਿੱਖ ਦਾ ਜੀਵਨ, ਸਿੱਖ ਦਾ ਕਿਰਦਾਰ ਬਹੁਤ ਉੱਚਾ ਘੜਿਆ ਔਰ ਲੈ ਕੇ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਤੋਂ ਗੁਰੂ ਕਲਗੀਧਰ ਪਾਤਸ਼ਾਹ ਤੱਕ ਤੇ ਗੁਰੂ ਕਲਗੀਧਰ ਪਾਤਸ਼ਾਹ ਤੋਂ ਬਾਅਦ ਵੀ ਸਿੱਖਾਂ ਦੇ ਜੀਵਨ ਦੀਆਂ ਇਹ ਉਦਾਹਰਨਾਂ ਸਾਡੇ ਕੋਲ ਹਨ। ਇੱਕ ਦੋ ਮੈਂ ਸਾਖੀਆਂ ਸਾਂਝੀਆਂ ਕਰਾਂ। ਪਿਆਰਿਓ, ਸਿੱਖ ਇਤਿਹਾਸ ਤੇ ਗੁਰ ਇਤਿਹਾਸ ਜਦੋਂ ਬਾਰੀਕੀ ਨਾਲ ਵੇਖਦੇ ਹਾਂ ਤੇ ਬਹੁਤ ਕੁਝ ਲੱਭਦਾ ਹੈ ਤੇ ਅਸੀਂ ਆਧਾਰ ਬਣਾਉਂਦੇ ਹਾਂ ਭਾਈ ਗੁਰਦਾਸ ਸਾਹਿਬ ਦੇ ਬਚਨਾਂ। ਭਾਈ ਗੁਰਦਾਸ ਜੀ ਨੇ ਇੱਕ ਬਹੁਤ ਸੋਹਣਾ ਜ਼ਿਕਰ ਪਾਇਆ ਹੈ। ਭਾਈ ਸਾਹਿਬ ਕਹਿੰਦੇ ਨੇ, ਹੋਂ ਤਿਸ ਘੋਲ ਘੁਮਾਇਆ ਪਰ ਦਰਬੈਨੋ ਹੱਥ ਨਾ ਲਾਵੇ। ਹੋਂ ਦਾ ਅਰਥ ਹੈ ਮੈਂ, ਤਿਸ ਉਸ ਤੋਂ ਘੋਲ ਘੁਮਾਇਆ, ਵਾਰਨੇ ਜਾਂਦਾ, ਮੈਂ ਉਸ ਤੋਂ ਸਦਕੇ ਜਾਂਦਾ ਹਾਂ, ਮੈਂ ਘੋਲੀ ਜਾਂਦਾ ਹਾਂ, ਕਿਸ ਤੋਂ? ਪਰ ਦਰਬੈਨੋ ਹੱਥ ਨਾ ਲਾਵੇ। ਇਹ ਜਿਹੜਾ ਸ਼ਰਾਰਤੀ ਮੋਲੇ ਦਾ ਮੈਂ ਜ਼ਿਕਰ ਪਾ ਰਿਹਾ, ਭਾਵ ਵਿਚਾਰਾਂ ਵਿੱਚ, ਸਾਡੇ ਜੀਵਨ ਵਿੱਚ ਜਿਹੜੀਆਂ ਸ਼ਰਾਰਤਾਂ ਸੁੱਝਦੀਆਂ, ਉਸ ਵਿੱਚ ਤਿੰਨ ਗੱਲਾਂ ਮੁੱਖ ਨੇ। ਇੱਕ ਹੈ ਦਰਬ, ਧਨ, ਇੱਕ ਹੈ ਰੂਪ ਜਿਸ ਨਾਲ ਵਿਚਾਰ ਦੀ ਬਿਰਤੀ ਜਾਗਦੀ ਹੈ, ਔਰ ਤੀਸਰੀ ਹੈ ਨਿੰਦਾ। ਤੇ ਭਾਈ ਸਾਹਿਬ ਨੇ ਇਹਨਾਂ ਤਿੰਨਾਂ ਦਾ ਹੀ ਹਵਾਲਾ ਦਿੱਤਾ। ਹੋਂ ਤਿਸ ਘੋਲ ਘੁਮਾਇਆ ਪਰ ਦਰਬੈਨੋ ਹੱਥ ਨਾ ਲਾਵੇ। ਹੁਣ ਪਰ ਦਰਬੈਨੋ ਹੱਥ ਨਾ ਲਾਵੇ ਕਿਉਂ ਕਿਹਾ? ਦੇਖੋ ਦੂਰੀ ਚੰਗੀ। ਹੁਣ ਪੈਸਾ ਹੈ, ਕਿਸੇ ਦਾ ਦਰਬ ਹੈ, ਕਿਸੇ ਦਾ ਧਨ ਹੈ, ਤੇ ਮੈਂ ਉਸ ਦੇ ਨੇੜੇ 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 ਹੋਈ ਜਾਵਾਂ ਤੇ ਖਿਮਾ ਕਰਿਓ, ਉਹ ਪਰਾਇਆ ਧਨ ਕਿਤੇ ਨਾ ਕਿਤੇ ਹੱਥ ਪਏਗਾ, ਉਹ ਹੱਥ ਤੋਂ ਫਿਰ ਜੇਬ ਤੱਕ ਜਾਏਗਾ, ਉਹ ਜੇਬ ਤੋਂ ਘਰ ਤੱਕ ਜਾਏਗਾ, ਔਰ ਘਰ ਤੋਂ ਜਾ ਕੇ ਉਹ ਮੇਰੇ ਜੀਵਨ ਵਿੱਚ ਆ ਜਾਏਗਾ। ਕਿਉਂਕਿ ਜੈਸਾ ਅੰਨ ਤੈਸਾ ਮਨ, ਫਿਰ ਮਨ ਵੀ ਮਾੜਾ ਹੋਣਾ ਸ਼ੁਰੂ ਹੋ ਜਾਏਗਾ। ਤੇ ਭਾਈ ਸਾਹਿਬ ਨੇ ਪਹਿਲੋਂ ਜ਼ਿਕਰ ਕੀਤਾ ਵੀ ਪਰ ਦਰਬੈਨੋ ਹੱਥ ਨਾ ਲਾਵੇ। ਆ ਹੁਣ ਇੱਕ ਉਦਾਹਰਨ ਲੈ ਲਓ ਵੀ ਬੈਂਕ ਦਾ ਇੱਕ ਅਕਾਊਂਟ ਸੰਭਾਲਣ ਵਾਲਾ, ਕੈਸ਼ ਸੰਭਾਲਣ ਵਾਲਾ ਬੰਦਾ ਹੋਵੇ, ਉਹ ਖਾਲੀ ਆਂਦਾ ਹੈ,
ਸਾਰਾ ਦਿਨ ਉਹ ਨੋਟਾਂ ਵਿੱਚ ਰਹਿੰਦਾ ਤੇ ਸ਼ਾਮਾਂ ਨੂੰ ਸੋਚੇ ਵੀ ਮੈਨੂੰ ਤੇ ਸਾਰਾ ਦਿਨ ਹੋ ਗਿਆ, ਉਹ ਦੋ ਚਾਰ ਥੱਬੀਆਂ ਚੱਕੇ ਜੇਬੇ 'ਚ ਪਾ ਕੇ ਤੁਰ ਜੇ ਤੇ ਅਗਲੇ ਦਿਨ ਪੁਲਿਸ ਨੇ ਘਰੋਂ ਚੁੱਕ ਕੇ ਲਿਆਣਾ, ਕਿਉਂਕਿ ਕੈਸ਼ ਮਿਲਣਾ ਨਹੀਂ ਬਰਾਬਰ। ਇਹੀ ਤਰੀਕਾ ਹੈ। ਗੁਰਦੇਵ ਕਹਿੰਦੇ ਐ, ਜੇ ਕਿਧਰੇ ਤੇਰੇ ਜੀਵਨ ਵਿੱਚ ਲੋਭ ਆ ਰਿਹਾ ਹੈ ਤੇ ਉਸ ਨੂੰ ਪਰਾਇਆ ਸਮਝ ਕੇ ਪਿੱਛੇ ਹਟੀ, ਨਹੀਂ ਤੇ ਗੁਰੂ ਨੇ ਜਾਗ ਦਿੱਤੀ ਸਾਨੂੰ, ਕਹਿੰਦੇ ਨੇ ਲੋਭੀ ਕਾ ਵੇਸਾ ਨਾ ਕੀਚੈ ਜੇ ਕਾ ਪਾਰ ਵਸਾਏ। ਭਾਈ ਗੁਰਦਾਸ ਸਾਹਿਬ ਕਹਿੰਦੇ ਪਰ ਦਰਬੈਨੋ ਹੱਥ ਨਾ ਲਾਵੇ। ਦੂਸਰੀ ਉਦਾਹਰਣ ਭਾਈ ਸਾਹਿਬ ਨੇ ਦਿੱਤੀ ਹੈ, ਹੋ ਤਿਸ ਘੋਲ ਘੁਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਪਰਾਈ ਇਸਤਰੀ ਦੇ ਨੇੜੇ ਨਾ ਜਾਣਾ, ਕਿਉਂਕਿ ਜਦੋਂ ਮਰਿਆਦਾ ਪੜਾਂਗੇ, ਭਾਈ ਨੰਦ ਲਾਲ ਜੀ ਨੂੰ ਪੜਾਂਗੇ ਤੇ ਸਾਡੇ ਸਾਹਮਣੇ ਉਹ ਤੱਥ ਆਣਗੇ ਵੀ ਸਿੱਖ ਦਾ ਕਿਰਦਾਰ ਕਿਤਨਾ ਉੱਚਾ ਗੁਰੂ ਨੇ ਬਣਾਇਆ ਹੈ। ਪਰ ਬੇਟੀ ਕੋ बेटी जानना, पर स्त्री को मात वखाना। अपनी स्त्री सो रत होई रहतवान गुर का सिख सोई। ओ है गुरु दा प्यारा सिख। निज नारी संग ने तुम नित बढ़इयो, पर नारी की सेज भूल सुपने हूं मत जइयो। पातशाह कहंदे ने पराए रूप नूं तक के अपने अंदर विकार ना किते पैदा कर लवी, नहीं ते तेरा जीवन एक मिनट विच तबाह हो जाएगा। और इस दी इतिहासक उदाहरण बड़ी कमाल दी है। जदों असी भाई जोगा जी का जीवन पढ़ते हैं, जदों भाई जोगा धन गुरु कलगीधर बापू जी के दरबार विच आनंदपुर साहब आंदा है अपने परिवार दे नाल, ते सतगुरु पिता जी नूं नतमस्तक होए, सिजदा कीता, मत्था टेकिया ते सतगुरु जी की कृपा हो गई, मेहर की नजर पाई मेरे मालिक ने ते सवाल किया, पुत्र तेरा नाम की है? ते भाई जोगे ने जिक्र किया, नाम दसिया, कहता पातशाह मेरा नाम जोगा है। ते सतगुरु महाराज हस के कहने लगे भी जोगा ना ते बड़ा सोहना है, पर यह भी नाल दस दे भी जोगा है ते किस दे जोगा है। ते जवाब दिता, दाते आ सच्चे पातशाह तुहाडी शरण आया, तुहाडे जोगा। ते गुरु पिता ने दूर नजर मार के जीवन विच देखिया, निहारिया, अगां दी सोच, अगां दे ख्याल, उस जीवन नूं परखदिया, उस जीवन नूं वेखदिया मेरे दाते ने कृपा कीती। कहने लगे जोगिया एक इकरार करना तेरे नाल, अज तू संगत विच मत्था टेक के बचन कीता है सतगुरु तेरे जोगा। ते मेरे मालिक ने कहा जोगिया हो सकता है तेरी जिंदगी विच कदे ऐसा वक्त आवे तू गुरु जोगा ना रवे, हो सकता है तेरे जीवन च कोई ऐसा समा बने तू गुरु जोगा ना रवे। पर देख जे तू अज संगत विच इकरार कीता गुरु जोगा ते मेरे वल्लों भी सुन लै, तू मेरे जोगा रवे ना रवे, गुरु इकरार करदा गुरु सदा तेरे जोगा रहेगा। ऐसा दीन दयालु परम कृपालु पातशाह गुरु कलगीधर बापू। ते समा बदलिया, जदों परिवार वालों सद्दा आया, सच्चे पातशाह जी बच्चे का आनंद कारज करवाना है, ते दाते ने भेज दिता। चले गए ते एक नाल ही सिख नूं टोरिया, एक चिट्ठी लिख दी ते चिट्ठी दे उत्ते लिखिया सी मेरे मालिक ने कि जदों भी इस कागज नूं खोले, इस चिट्ठी नूं पढ़े ते जो इस विच लिखिया उस ते अमल करना, उसे वेले अमल करना। ते सिख नूं हिदायत कीती कि जदों उस दियां दो लावां हो जाण ये चिट्ठी उस नूं फड़ा दे। इतिहास कहंदा भी दो लावां होईयां ते सिख ने चिट्ठी दिती ते परख मेरे दाते दी ते साडे वास्ते गुरु ने चानण मुनारा पेश करना सी, साडे लई एक मील पत्थर गुरु ने बनाउणा सी। ते मेरे दाते दी दिती चिट्ठी जदों सिख दी खोली पढ़ी, उसते लिखिया सी जदों चिट्ठी पढ़े उसे वेले आनंदपुर नूं आ जाना है। ते इतिहास कहंदा उसे वेले विच ही छड्ड मत्था टेकिया, कहंदा भी गुस्ताखी मुआफ, मेरे गुरु दा हुक्म आया मैं जाना है। तुर गया। लेकिन रात पै गई, गढ़शंकर विच आके रात नूं रुकना सी
ਤੇ ਮਨ ਵਿੱਚ ਨਾ ਖਿਆਲ, ਕੱਪੜੇ ਪਾਏ ਨੇ ਵਿਆਹੁਣ ਵਾਲੇ ਬੱਚੇ ਦੇ, ਗੁਰੂ ਦੀ ਆਗਿਆ ਹੈ ਤੁਰ ਕੇ ਆਣਾ, ਪਰ ਅੱਗੇ ਕਿਉਂਕਿ ਰਸਤਾ ਮਾੜਾ ਸੀ, ਜੰਗਲ ਹੈ, ਤੇ ਗੜ ਸ਼ੰਕਰ ਰੁਕੇ ਹੋਏ ਨੂੰ ਨੀਂਦ ਨਹੀਂ ਪੈ ਰਹੀ ਵੀ ਮੇਰੇ ਗੁਰੂ ਦਾ ਹੁਕਮ ਸੀ, ਪਰ ਹੁਣ ਪੰਧ ਥੋੜਾ ਔਖਾ ਹੈ, ਵਿਖੜਾ ਹੈ। ਤੇ ਉੱਥੇ ਨਾ ਮਨ ਦੇ ਉੱਤੇ ਉਹ ਸ਼ਰਾਰਤੀ ਪ੍ਰਧਾਨ ਕਾਮ ਨੇ ਆ ਕੇ ਪਹਿਰਾ ਦੇ ਦਿੱਤਾ। ਭਾਈ ਜੋਗਾ ਜਿਹੜਾ ਕਿ ਵਿੱਚੇ ਹੀ ਲਾਵਾਂ ਛੱਡ ਤੁਰਿਆ, ਕਾਮ ਨੇ ਇਹੋ ਜਿਹਾ ਕਬਜ਼ਾ ਉਸ ਤੇ ਕੀਤਾ ਕਿ ਉਹ ਇੱਕ ਵੇਸ਼ਵਾ ਦੇ ਕੋਠੇ ਤੇ ਜਾਣ ਲੱਗ ਪਏ ਦੀ ਇੱਛਾ ਬਣਾ ਬੈਠਾ। ਇਤਿਹਾਸ ਕਹਿੰਦਾ ਪੌੜੀਆਂ ਚੜ੍ਹਦਾ ਤੇ ਅਜੇ 4 ਪੌੜੀਆਂ ਚੜਿਆ, ਜੇ ਛੱਤ ਉੱਪਰ ਦੂਰ ਹੈ ਤੇ ਫਿਰ ਉਤਰ ਕੇ ਆ ਜਾਂਦਾ, ਮੈਂ ਗੁਰੂ ਕਾ ਸਿੱਖ ਹਾਂ। ਅਜੇ ਮਨ ਵਿੱਚ ਫਾਈਟ ਸੀ, ਲੜਾਈ ਚੱਲ ਰਹੀ ਹੈ। ਫਿਰ ਕਾਮ ਨੇ ਮਨ ਨੂੰ ਕਾਬੂ ਕੀਤਾ। ਮਨ ਕਹਿੰਦਾ ਕੋਈ ਨਹੀਂ, ਕੋਈ ਤੱਕਦਾ, ਚੱਲ ਤੁਰ ਜਾ। ਫੇਰ ਤੁਰਿਆ। ਇਤਿਹਾਸ ਕਹਿੰਦਾ ਜਦੋਂ ਉੱਪਰਲੀ ਪੌੜੀ ਤੇ ਪਹੁੰਚਿਆ ਤੇ ਉਸ ਨੂੰ ਸਾਹਮਣੇ ਇੱਕ ਪਹਿਰੇਦਾਰ ਨਜ਼ਰ ਆਇਆ। ਤੇ ਪਹਿਰੇਦਾਰ ਕੌਣ ਹੈ? ਉਹ ਸਿੱਖ ਸ਼ਕਲ ਵਿੱਚ। ਕਹਿੰਦਾ ਮੈਂ ਸਿੱਖ ਦੀ ਦਿੱਤੀ ਚਿੱਠੀ ਲਈ ਤੇ ਚਿੱਠੀ ਲੈ ਕੇ ਦੌੜਿਆ ਗੁਰੂ ਨੂੰ ਮਿਲਣ, ਤੇ ਉਹ ਜਾਂ ਸਿੱਖ ਸਾਹਮਣੇ ਖਲੋਤਾ। ਜੇ ਕਿਤੇ ਗੁਰੂ ਨੂੰ ਦੱਸ ਦਿੱਤਾ ਮੇਰਾ ਤੇ ਜੀਵਨ ਹੀ ਬਰਬਾਦ ਹੋ ਜਾਣਾ ਹੈ। ਵਾਪਸ ਆ ਗਿਆ। ਰਾਤ ਕੱਟੀ, ਸਵੇਰ ਹੋਈ, ਅਨੰਦਪੁਰ ਸਾਹਿਬ ਆਇਆ, ਅੱਖਾਂ ਨਹੀਂ ਚੁੱਕ ਪਾ ਰਿਹਾ ਗੁਰੂ ਦੇ ਸਾਹਮਣੇ, ਅੱਖਾਂ ਨਹੀਂ ਚੁੱਕ ਪਾ ਰਿਹਾ। ਨੀਵੀਂ ਪਾਈ ਹੋਈ ਹੈ, ਗੁਰੂ ਨੂੰ ਨਤਮਸਤਕ ਹੋਇਆ। ਕਹਿੰਦਾ ਸੱਚੇ ਪਾਤਸ਼ਾਹ ਗੁਸਤਾਖੀ ਮੁਆਫ, ਰਾਤ ਮੈਨੂੰ ਗੜਸ਼ੰਕਰ ਕੱਟਣੀ ਪਈ, ਪਰ ਸੱਚੇ ਪਾਤਸ਼ਾਹ ਕਿਰਪਾ ਕਰਿਓ, ਮੈਂ ਹੁਕਮ ਮੰਨ ਕੇ ਤੁਰਿਆ ਸਾਂ ਤੇ ਗੁਰਦੇ ਮੁਸਕਰਾਈ ਜਾਂਦੇ ਹੈ। ਸਤਿਗੁਰੂ ਹੱਸਦੇ ਨੇ ਤੇ ਭਾਈ ਜੋਗਾ ਕਹਿੰਦਾ ਦਾਤੇ ਆ ਮੇਰੇ ਕੋਲੋਂ ਕੀ ਗੁਨਾਹ ਹੋਇਆ? ਸਤਿਗੁਰੂ ਹੱਸ ਕੇ ਕਹਿੰਦੇ ਜੋਗੇ ਮੈਂ ਤੇਰੇ ਨਾਲ ਪਹਿਲੇ ਦਿਨ ਇਕਰਾਰ ਕੀਤਾ ਸੀ ਕਿ ਤੇਰੀ ਜ਼ਿੰਦਗੀ ਵਿੱਚ ਕੋਈ ਵਕਤ ਐਸਾ ਵੀ ਬਣ ਸਕਦਾ ਹੈ ਜਦੋਂ ਤੂੰ ਗੁਰੂ ਜੋਗਾ ਨਹੀਂ ਰਹੇਗਾ, ਪਰ ਮੈਂ ਇਕਰਾਰ ਕੀਤਾ ਸੀ ਜੋਗਿਆ ਤੂੰ ਰਵੇ ਨਾ ਰਵੇ ਮੈਂ ਤੇਰੇ ਜੋਗਾ। ਉਹ ਜਿਹੜੀਆਂ ਪੌੜੀਆਂ ਤੇ ਮੈਂ ਸਿੱਖ ਨੂੰ ਨਹੀਂ ਚੜਨ ਦੇਣਾ ਚਾਹੁੰਦਾ ਜੋਗੇ, ਉਹਨਾਂ ਪੌੜੀਆਂ ਤੇ ਤੂੰ ਸਾਰੀ ਰਾਤ ਮੇਰੇ ਕੋਲੋਂ ਪਹਿਰਾ ਦਵਾਇਆ। ਉਹਨਾਂ ਪੌੜੀਆਂ ਤੇ ਉਸ ਦਰਵਾਜ਼ੇ ਤੇ ਖੜ ਕੇ ਮੈਂ ਤੇਰੇ ਜੀਵਨ ਦਾ ਮਿਆਰ ਨਾ ਟਿਕੇ, ਤੂੰ ਗੁਰੂ ਜੋਗਾ ਹੀ ਰਹਿ ਸਕੇ, ਇਸ ਕਰਕੇ ਮੈਂ ਸਾਰੀ ਰਾਤ ਉੱਥੇ ਪਹਿਰਾ ਦਿੱਤਾ ਤੇਰੇ ਕਰਕੇ, ਕਿਤੇ ਕਾਮ ਤੈਨੂੰ ਲੈ ਨਾ ਆਵੇ। ਗੁਰੂ ਦਾ ਸਿੱਖ ਐਸਾ ਤੇ ਸਾਡਾ ਗੁਰੂ ਐਸਾ। ਇਤਨਾ ਮਹਾਨ ਗੁਰੂ ਹੈ। ਇੱਕ ਇਤਿਹਾਸ ਦੇ ਵਿੱਚ ਹੋਰ ਅਨੰਦਪੁਰ ਸਾਹਿਬ ਦਾ ਜ਼ਿਕਰ ਹੈ, ਜਦੋਂ ਪਠਾਨ ਬਹੁਤ ਸਾਰੀਆਂ ਹਿੰਦੂ ਘਰਾਣੀਆਂ ਦੀਆਂ ਬੱਚੀਆਂ, ਬ੍ਰਾਹਮਣਾਂ ਦੀਆਂ ਬੱਚੀਆਂ ਨੂੰ ਚੁੱਕ ਲਿਜਾਂਦੇ ਰਹੇ, ਤੇ ਇੱਕ ਦਿਨ ਸਿੱਖਾਂ ਦੇ ਹੱਥ ਕੋਈ ਪਠਾਨਾਂ ਦੀ ਬੱਚੀ ਪੈ ਗਈ। ਇਹ ਲੈ ਆਏ ਸਨ। ਕਿਸੇ ਸਿੱਖ ਨੇ ਗੁਰੂ ਦਾਤੇ ਨੂੰ ਖਬਰ ਦਿੱਤੀ। ਉਸੇ ਵਕਤ ਗੁਰੂ ਪਾਤਸ਼ਾਹ ਨੇ ਦਰਬਾਰ ਲਗਾਇਆ, ਸਾਰਿਆਂ ਨੂੰ ਸੱਦਿਆ, ਤੇ ਮੇਰੇ ਗੁਰੂ ਨੇ ਉਦੋਂ ਬਚਨ ਕੀਤੇ ਸਨ ਕਿ ਜਲਦੀ ਤੋਂ ਜਲਦੀ ਸਾਰੇ ਸਿੱਖ ਇਕੱਠੇ ਹੋਵੋ। ਤੇ ਉਹ ਖਬਰ ਸਿੱਖਾਂ ਨੂੰ ਲੱਗ ਗਈ। ਸਿੱਖਾਂ ਨੇ ਆਂਦਿਆਂ ਹੀ ਗੁਰੂ ਨੂੰ ਸਵਾਲ ਕੀਤਾ। ਪੁਨ ਸਿੰਘਨ ਬੂਝੇ ਗੁਣ ਖਾਨੀ, ਗੁਣਾ ਦੀ ਖਾਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਿੱਖ ਸਵਾਲ ਪਾਉਂਦੇ ਐ। ਸਗਲ ਤੁਰਕ ਭੋਗਵੇਂ ਹਿੰਦਵਾਣੀ, ਇਹ ਤੁਰਕ ਹਿੰਦੂਆਂ ਦੀਆਂ, ਹਿੰਦੁਸਤਾਨ ਦੀਆਂ ਬੱਚੀਆਂ ਨੂੰ ਉਹਨਾਂ ਦਾ ਜਤ ਸਤ ਭੰਗ ਕਰਦੇ ਐ। ਸਿੰਘ ਬਦਲਾ ਲੈ ਭਲਾ ਮਨਾਵੇਂ, ਗੁਰ ਸ਼ਾਸਤਰ ਕਿਉਂ ਵਰਜ ਹਟਾਵੇਂ। ਕਹਿੰਦੇ ਸਿੰਘ ਦੇ ਬਦਲਾ ਲੈਣਾ ਚਾਹੁੰਦੇ ਨੇ ਉਹਨਾਂ ਤੋਂ। ਤੇ ਉਦੋਂ ਫਿਰ ਸਤਿਗੁਰੂ ਨੇ ਅੱਗੋਂ ਜਵਾਬ ਦਿੱਤਾ। ਪੁਨ ਸਤਿਗੁਰ ਬੋਲੇ ਤਿਸ ਬੇਰੇ, ਹਮਲੇ ਜਾਨੋ ਪੰਥ ਉਚੇਰੇ। ਸਤਿਗੁਰੂ ਨੇ ਬਚਨ ਕੀਤਾ ਮੈਂ ਪੰਥ ਨੂੰ ਬਹੁਤ ਉੱਚੇ ਦਰਜੇ ਤੇ ਲੈ ਕੇ ਜਾਣਾ ਚਾਹੁੰਦਾ ਹਾਂ। ਇਸ ਕਰਕੇ ਕਿਹਾ ਸੀ ਕਿ ਹਮਲੇ ਜਾਨੋ ਪੰਥ ਉਚੇਰੇ, ਨਹੀਂ ਅਦੋਗਤ ਵਿਖੇ ਪੁਚਾਵੇਂ, ਤਾਤੇ ਕਲਮਲ ਬਰਜ ਹਟਾਵੇਂ। ਕਹਿੰਦੇ ਮੈਂ ਇਹਨਾਂ ਨੂੰ ਮਾੜੇ ਰਸਤੇ ਨਹੀਂ ਲੈ ਕੇ ਜਾਣਾ ਚਾਹੁੰਦਾ, ਨਾ ਇਤਨੀ ਖੁੱਲ ਸਿੱਖ ਨੂੰ ਦੇਵਾਂਗਾ ਕਿ ਉਹ ਕਾਮ ਦੇ ਵਿੱਚ ਕਲਤਾਨ ਹੋਵੇ, ਕਿਉਂਕਿ ਨਿਮਕ ਕਾਮ ਸਵਾਦ ਕਾਰਨ ਪਾਤਸ਼ਾਹ ਕਹਿੰਦੇ ਕੋਟ ਦਿਨਸ ਦੁਖ ਭਾਵੈ। ਹੇ ਕਾਮੰ ਨਰਕ ਵਿਸਰਾਮੰ, ਬਹੁ ਜੋਨੀ ਭਰਮਾਵਣ ਹੈ। ਜਿਹੜਾ ਇਹ ਵਾਸ਼ਨਾਵਾਂ ਦਾ ਸ਼ਹਿਰ ਹੈ, ਇਸ ਦੇ ਅੰਦਰ ਅੱਜ ਖਿਮਾ ਕਰਿਓ ਇਹ ਇਤਨਾ ਮਜ਼ਬੂਤ ਹੋ ਚੁੱਕਿਆ ਹੈ, ਅੱਜ ਰਿਸ਼ਤੇ ਲੀਰੋ ਲੀਰ ਨੇ।
ਅੱਜ ਮਾਂ ਪੁੱਤ ਦਾ, ਪਿਤਾ ਧੀ ਦਾ, ਭੈਣਾਂ ਦੇ ਭਰਾਵਾਂ ਦੇ ਰਿਸ਼ਤੇ ਤੱਕ ਕਿੰਤੂ ਪਰੰਤੂ ਹੁੰਦੇ ਨਜ਼ਰ ਆ ਰਹੇ, ਕਿਉਂਕਿ ਇਹ ਵਿਕਾਰ ਹੈ ਇਤਨਾ ਮਹਾਨ, इसने इतना कब्जा किया है, इतना बलवान है। अगर इस तो कोई बचा सकता है तो साध संगत वो केवल गुरु है, वो केवल गुरु दा हुक्म है, वो केवल गुरु दा शब्द है, वो केवल ये साध संगत है जिथे बैठ के आप विषय विकारां तो बच सकते हैं। ते सतगुरु अगे कहते हैं, घरी मोहत रंग माने, आ कुछ घड़ियां दे स्वाद दे वास्ते फिर बोर बोर पछतावे, मुड़ मुड़ पछतावा जिंदगी विच मिलता है। कितने भयानक रोग लगते हैं। समाज माड़ा कहता है, समाज चंगी नीत नाल नहीं वेखदा, चंगी नज़र नाल नहीं देखदा। फिर इहो जिहे मनुख अगे गुरुदेव कृपा कर रहे ने, पलक दृष्ट देख भूलो, आक नीम को तुमर। पलक दृष्ट अख झमकण जिन्ने समय दे विच बंदा कई बारी भुलेखे च अक कोड़ा बड़ा है, निम बहुत कोड़ा है, तुम्बा भी बहुत कोड़ा है, पर कई बारी इन्हां नूं देख के तुसीं अक नूं वेखो उसकी बनतर है अंब वर्गी, ते बंदा किते भुलेखे विच इस नूं खा लवे ते मुड़ पछताउंदा रहिंदा क्योंकि जहर वर्गा कोड़ा है। तां गुरु दाते ने उदाहरण दी, कहते जिवें भुलेखे विच 1 मिनट का भुलेखा है, लेकिन खादी होई वो अक दी खखड़ी वो निरा जहर है। इसे तरह एक निमख काम का जिहड़ा बंदे नूं स्वाद है, ये सारी जिंदगी लई समाज तो, सारी जिंदगी अपराध विच लै आंदा, समाज दीयां नज़रां तो डेक दिंदा है। सानू ते गुरु बाबे ने कृपा कीती है। रहत मर्यादा जदों असीं अमृत छकदे हां ते 5 प्यारे साहिबान सिख नूं सुचेत करदे ने, जदों मर्यादा दृढ़ कराई जाती है तो साडे विच 4 बजुर्ग रहतां ने। देखो बजुर्ग रहतां ने, बहुत पक्के रूप में हिदायत है सानू। तो वह बजुर्ग रहतां की ने? केस कट्टने। जिसने केस कट ले समझो बजुर्ग रहत होगी, वो सिख नहीं रहा। दूसरा है परतनगामी होना, ये जिसका अज असीं जिक्र कर रहे हैं, वो स्त्री ते पुरुष दोनों लिए बराबर है। और ये बार बार हर पड़ाव के उत्ते सिक्ख्या दी जाती। जो लावां हुंदियां साडे बच्चे बच्चियां दियां, उदों जदों भाई साहब सिक्ख्या दिंदे ने, उदों ये समझाया जाता है कि धी राणी ये तेरे लिए ते पुत्र तेरे लिए, दोनों लिए साझा उपदेश हुंदा है पहला। ते उस उपदेश विच यही गल दृढ़ाई जाती है कि पर बेटी को बेटी जाने, अज तो बाद अपने तो छोटियां तेरियां बच्चियां वर्गियां ने, ते बच्ची नूं कहा जाता है तेरे तो छोटे तेरे बच्चियां वर्गे ने। जिहड़े बराबरी दे ने वो तेरे भरा ने, ते बच्चे नूं कहा जाता है ये तेरियां भैणां ने। ते उस तो बाद जिहड़ी वड्डी उम्र दियां वो तेरियां मावां ने। ये सिक्ख्या दी जाती है, ये मार्ग समझाया जाता है। ते नाल हिदायत यह भी की जाती है कि निज नारी संग नेह तुम नित बढ़इयो। पर खिमा करियो, एक बेनती करते हैं, पति पत्नी का रिश्ता भी वो परवान है जिस रिश्ते भी जिथे गृहस्थ दियां जिम्मेवारियां ने, जिथे समाजक फर्ज ने, उथे धार्मिक रूप विच भी इकट्ठे होकर बंदगी करनी है। गुरु ने पति पत्नी के रिश्ते का भी हवाला श्री गुरु ग्रंथ साहब जी विच दिता। पढ़ो बाणी किते, धन पीर एह ना आखियन बहन इकट्ठे होए। पति पत्नी वो नहीं जेड़े इकट्ठे होके बैठे है। सतगुरु कहते एक जोत दोए मूर्ति, धन पीर कई सोए। जिन्हां दे शरीर भावें 2 ने, पर उन्हां दी विचारधारक सांझ होनी चाहिए है। जिस घर विच विचारक सांझ ना होवे, उस घर दे विच झगड़े कदे खत्म नहीं हो सकते। ते विचार एक किवें होणगे? इक्का बाणी, एक गुर, इको शब्द विचार। साडा इष्ट, साडा पूजन वाला, साडा ज्ञान दाता एक गुरु होना चाहिए। फिर दोनों ही जपजी पढ़न वाले होण। अज जिहड़ी साडे समाज विच, साडे सिख परिवारां विच सब तो भयानक बीमारी पई है, मैं वो भी साझी करदे हां। वो पई है साडियां 80% परिवारां दियां बच्चियां, क्योंकि इतिहासक स्थान ते सेवा करदे हां, सानू पता है। जबकि अकाल तखत साहब की मर्यादा मुताबक
ਅਸੀਂ ਕਿਸੇ ਦਾੜੀ ਕਟੇ ਬੱਚੇ ਦਾ ਆਨੰਦ ਕਾਰਜ ਵੀ ਨਹੀਂ ਕਰਦੇ ਹਾਂ। ਹਾਂ, ਦੋਨੋਂ ਬੱਚੇ ਗੈਰ ਸਿੱਖ ਨੇ, ਉਹਨਾਂ ਦਾ ਆਨੰਦ ਕਾਰਜ ਤੇ ਹੋ ਸਕਦਾ ਹੈ, ਦੋਨੋਂ ਹਿੰਦੂ ਪਰਿਵਾਰ ਹੈ, ਗੈਰ ਸਿੱਖ ਨੇ, ਪਰ ਸਿੱਖ ਪਰਿਵਾਰ ਦੀ ਬੱਚੀ ਗੈਰ ਸਿੱਖ ਨਾਲ ਲਾਵਾਂ ਕਿਤੇ ਆਏ ਕਰਾਨ ਨਹੀਂ ਕਰਦੇ ਹਾਂ। ਇਹ ਜਿਹੜੀ ਸਭ ਤੋਂ ਭਿਆਨਕ ਅੱਜ ਸਾਨੂੰ ਖੋਰਾ ਪੈ ਚੁੱਕਿਆ ਹੈ। ਸਾਡੇ ਆਉਣ ਵਾਲੇ ਸਮੇਂ ਵਿੱਚ ਜਿਹੜੀ ਦਿੱਕਤ ਹੈ, ਕਿਉਂਕਿ ਜਿਨ੍ਹਾਂ ਬੱਚੀਆਂ ਨੇ ਸੂਰਮਿਆਂ ਨੂੰ, ਨਾਮ ਰਸੀਏ ਗੁਰਮੁਖਾਂ ਨੂੰ ਜਨਮ ਦੇਣਾ, ਉਹ ਤੇ ਰਸਤਾ ਹੀ ਦੂਸਰਾ ਪਕੜ ਕੇ ਬੈਠ ਗਈਆਂ। ਤੇ ਜਿਹੜੀਆਂ ਦੂਜੀਆਂ ਸਾਡੇ ਘਰੇ ਆਉਂਦੀਆਂ, ਉਹਨਾਂ ਦੇ ਵਿੱਚੋਂ ਉਹ ਗੁਰਮਤ ਦੀ ਚਮਕ ਨਜ਼ਰ ਨਹੀਂ ਆਉਂਦੀ, ਜਿਸ ਕਾਰਨ ਤੁਸੀਂ ਆਖੋ ਪੁੱਤ ਬੱਚੀ ਧੀ ਰਾਣੀ ਇਹ ਜਪਜੀ ਪੜ ਲੈ, ਉਹ ਜਪਜੀ ਦੇ ਨੇੜੇ ਹੀ ਨਹੀਂ ਜਾਂਦੀ। ਉਸ ਨੂੰ ਆਖੋ ਬੱਚੀ ਅੰਮ੍ਰਿਤ ਛਕ ਲੈ, ਥੋੜੇ ਦਿਨ ਤੇ ਤੁਹਾਡੀ ਗੱਲ ਚੱਲਦੀ, ਮੁੜ ਕੇ ਜਿਹੜੇ ਕਾਰਨ ਨੇ ਅੱਜ ਸਾਡੇ ਕੋਰਟ ਕਚਹਿਰੀਆਂ ਜਾਣ ਦੇ, ਉਹ ਬਹੁਤੇ ਕਾਰਨ ਮਿਲ ਹੀ ਇਹ ਰਹੇ ਹੈ ਕਿ ਦੋਨੋਂ ਬੱਚਿਆਂ ਦਾ ਇਸ਼ਤਿਕ ਨਹੀਂ ਹੈ, ਉਹਨਾਂ ਦੀ ਵਿਚਾਰਕ ਸਾਂਝ ਨਹੀਂ ਹੈ, ਉਹਨਾਂ ਦਾ ਪਰਿਵਾਰਕ ਸਾਂਝ ਕਿਵੇਂ ਰਿਸ਼ਤਾ ਅੱਗੇ ਚੱਲ ਸਕਦਾ ਹੈ। ਕੇਵਲ ਨਿਮਕ ਕਾਮ ਸਵਾਦ ਕਾਰਨ ਕੋਟ ਦਿਨਸ ਦੁਖ ਪਾਵੇ ਚੱਲ ਰਿਹਾ। ਸਾਡੇ ਰਿਸ਼ਤੇ ਜਿਸਮਾਨੀ ਰਹਿ ਗਏ। ਅੱਜ ਅਧਿਆਤਮਕਤਾ ਨਾਲ ਜੁੜਨਾ ਬਹੁਤ ਔਖਾ ਹੈ। ਦਿਲੋਂ ਮੁਹੱਬਤ ਜਿਨ ਸੇ ਹੀ ਸੱਚੇ ਆ, ਗੁਰੂ ਨੇ ਤੇ ਬਾਣੀ ਚ ਕਿਹਾ ਵੀ ਭਗਤ ਵੀ ਉਹ ਪ੍ਰਵਾਨ ਹੈ ਜਿਹੜਾ ਗੁਰੂ ਨਾਲ ਦਿਲੋਂ ਪਿਆਰ ਕਰਦਾ ਹੈ। ਇਸ਼ਕ ਮਿਜ਼ਾਜੀ ਨਾ ਹੋਵੇ, ਇਸ਼ਕ ਹਕੀਕੀ ਹੋਵੇ। ਤੇ ਜਿੱਥੇ ਹਕੀਕਤ ਹੈ ਉੱਥੇ ਤਿਆਗ ਹੁੰਦਾ ਹੈ, ਜਿੱਥੇ ਖਾਲੀ ਦਿਖਾਵੇ ਦੀ ਗੱਲ ਹੈ ਉੱਥੇ ਅਪਣਾਉਣ ਦੀ ਗੱਲ ਹੈ। ਜਿੱਥੇ ਦਿਮਾਗ ਚੱਲੇਗਾ ਉੱਥੇ ਕਮਾਈ ਦਾ ਜ਼ਰੀਆ ਹੋਏਗਾ, ਜਿੱਥੇ ਬੈਰਾਗ ਤਿਆਗ ਹੋਏਗਾ ਉੱਥੇ ਸੱਚਾ ਪ੍ਰੇਮ ਹੁੰਦਾ ਹੈ। ਗੁਰੂ ਕਿਰਪਾ ਕਰ। ਇੱਥੇ ਬਾਬਾ ਜੀ ਕਹਿੰਦੇ ਹੈ, ਜੈਸਾ ਸੰਗ ਬਿਸੀਅਰ ਸਿਉ ਹੈ ਰੇ, ਤੈਸੋ ਹੀ ਇਹ ਪਰਗਰੇ। ਪਰਾਈ ਇਸਤਰੀ ਜਾਂ ਪਰਾਏ ਪੁਰਸ਼ ਦਾ ਸੰਗ ਇੰਜ ਜਾਣੋ ਜਿਵੇਂ ਜ਼ਹਿਰੀਲੇ ਨਾਗਾਂ ਵਿੱਚ ਵਸੇ ਹੋਏ ਹੋ। ਬਿਸੀਅਰ ਸੱਪ ਨੂੰ ਕਹਿੰਦੇ। ਜੈਸਾ ਸੰਗ ਬਿਸੀਅਰ ਸਿਉ ਹੈ ਰੇ, ਤੈਸੋ ਹੀ ਇਹ ਪਰਗ੍ਰਹਿ। ਪਰਾਏ ਘਰ ਦੀ ਜਿਹੜੀ ਨੇੜਤ ਹੈ, ਪਰਾਏ ਤਨ ਦੀ ਜਿਹੜੀ ਨੇੜਤ ਹੈ, ਇਹ ਇਸ ਤਰੀਕੇ ਨਾਲ ਜਾਣੋ ਜਿਵੇਂ ਸੱਪ ਨਾਲੋਂ, ਤੇ ਸੱਪ ਦਾ ਕੋਈ ਭਰੋਸਾ ਨਹੀਂ, ਉਹ ਡੰਗ ਕਦੋਂ ਮਾਰ ਲੈ, ਕਦੋਂ ਮਨ ਡੋਲ ਜਾਏ। ਕਿਉਂਕਿ ਮਨ ਨੂੰ ਤੇ ਵਸ ਗੁਰੂ ਨੇ ਕਰਨਾ ਹੈ, ਤੇ ਗੁਰੂ ਦੀ ਬਾਣੀ ਅਸੀਂ ਪੜ੍ਹਨੀ ਕੋਈ ਨਹੀਂ। ਜਾਗਣ ਦੀ ਲੋੜ ਹੈ ਪਿਆਰਿਓ, ਸੁਚੇਤ ਹੋਈਏ, ਆਪਣੇ ਗੁਰੂ ਦੇ ਹੁਕਮ ਦੇ ਮੁਤਾਬਕ ਆਪਣਾ ਆਪਾ ਚੰਗਾ ਬਣਾਓ। ਬੈਰੀ ਕਾਰਨ ਪਾਪ ਕਰਤਾ, ਬਸਤ ਰਹੀ ਅਮਨਾ, ਬਸਤ ਰਹੀ ਅਮਨਾ। ਕਹਿੰਦੇ ਬੈਰੀ ਕਾਰਨ, ਬੈਰੀ ਦਾ ਅਰਥ ਇੱਥੇ ਮਾਇਆ। ਅੱਜ ਮਾਇਆ ਸਭ ਤੋਂ ਵੱਡੀ ਬੈਰਨ ਹੈ ਸਾਡੀ। ਇਹ ਗੁਰੂ ਨਾਲ ਨਹੀਂ ਜੁੜਨ ਦਿੰਦੀ, ਇਹ ਰੱਬ ਨਾਲ ਨਹੀਂ ਜੁੜਨ ਦਿੰਦੀ, ਕਿਉਂਕਿ ਗੁਰੂ ਬਾਬੇ ਨੇ ਬਾਣੀ ਵਿੱਚ ਇਸ ਦਾ ਹਵਾਲਾ ਦਿੱਤਾ ਹੈ। ਨਿਤਨੇਮ ਕਰਦਿਆਂ, ਰੋਜ਼ ਬਚਨ ਪੜ੍ਹਦਿਆਂ ਗੁਰੂ ਅਮਰਦਾਸ ਸਾਹਿਬ ਜੀ ਦਾ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਸਤਿਗੁਰੂ ਮਹਾਰਾਜ ਕਹਿੰਦੇ ਆ, ਉਹ ਮਾਇਆ ਹੈ ਜਿਹੜੀ ਸਾਨੂੰ ਗੁਰੂ ਤੋਂ, ਮਾਲਕ ਤੋਂ, ਬੰਦਗੀ ਤੋਂ, ਸੰਗਤ ਤੋਂ ਤੋੜਦੀ ਹੈ। ਇਸ ਕਰਕੇ ਉਸ ਨੂੰ ਬੈਰੀ ਸ਼ਬਦ ਨਾਲ ਤੁਲਨਾ ਦਿੱਤੀ। ਕਹਿੰਦੇ ਬੈਰੀ ਕਾਰਨ ਪਾਪ ਕਰਤਾ। ਔਰ ਇਹ ਪਾਪ ਵੀ ਜਿਹੜੇ ਨੇ ਨਾ ਬੰਦੇ ਦੇ ਜੀਵਨ ਵਿੱਚ ਪਿਆਰਿਓ, ਇਹ ਮਾਇਆ ਦੀ ਖਾਤਰ ਹੀ ਹੈ। ਗੁਰੂ ਨੇ ਕਿਹਾ, ਪਾਪਾਂ ਬਾਝੋਂ ਹੋਵੇ ਨਾਹੀ, ਮੋਇਆ ਸਾਥ ਨਾ ਜਾਏ। ਹੁਣ ਇਹ ਤਿੰਨ ਗੱਲਾਂ ਕਰ ਰਹੇ ਅਸਾਂ। ਪਹਿਲੀ, ਪਰ ਦਰਬੈ ਨੂੰ ਹੱਥ ਨਾ ਲਾਵੇ, ਤੇ ਦੂਸਰੀ ਹੈ ਪਰ ਨਾਰੀ ਦੇ ਨੇੜ ਨਾ ਜਾਵੇ, ਤੇ ਤੀਸਰੀ ਗੱਲ ਹੈ ਪਰ ਨਿੰਦਾ ਸੁਣ ਆਪ ਹਟਾਵੇ। ਬਸ 2 ਮਿੰਟ ਤਵੱਜੋ ਦੇਣਾ ਇਸ ਵਿਸ਼ੇ ਤੇ, ਫਿਰ ਆਪਾਂ ਆਖਰੀ ਬੰਦ ਵਿਚਾਰਦੇ ਹਾਂ। ਦੇਖੋ, ਧਨ ਤੁਹਾਡੇ ਕੋਲ ਜਿਤਨਾ ਮਰਜ਼ੀ ਹੋਵੇ, ਪਰ ਕਮਾਲ ਹੈ ਇਸ ਮਾਇਆ ਦਾ, ਇਸ ਬੈਰਨ ਦਾ ਕਬਜ਼ਾ ਕਿਤਨਾ ਹੈ ਸਾਡੇ ਦਿਮਾਗ ਤੇ, ਸਾਡੇ ਮਨ ਤੇ, ਕਿ ਬੰਦੇ ਨੂੰ ਦੂਸਰੇ ਦੀ ਮਾਇਆ ਪਿਆਰੀ ਲੱਗਦੀ ਹੈ। ਆਪਣੇ ਕੋਲ ਜਿਤਨੀ ਮਰਜ਼ੀ ਹੋਵੇ। ਤਾਂ ਹੀ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ, ਪਰ ਦਰਬੈ ਨੂੰ ਹੱਥ ਨਾ ਲਾਵੇ। ਪਰ ਬੰਦਾ ਕਰੇ ਕੀ, ਮਨ ਪਰਾਏ ਧਨ ਨੂੰ ਬਹੁਤਾ ਪਿਆਰ ਕਰਦਾ ਹੈ। ਦੂਸਰੀ ਗੱਲ ਹੈ, ਘਰ ਪਰਿਵਾਰ ਵੀ ਹੈ, ਬੱਚੇ ਵੀ ਨੇ, ਲੇਕਿਨ ਇਹ ਪਰਾਏ ਤਨ ਨੂੰ ਤੱਕਣਾ ਪਸੰਦ ਕਰਦਾ ਹੈ। ਤੇ ਤੀਸਰੀ ਗੱਲ ਨਿੰਦਾ ਦੀ ਹੈ, ਪਰ ਨਿੰਦਾ ਸੁਣ ਆਪ ਹਟਾਵੇ। ਲੇਕਿਨ ਖਿਮਾ ਕਰਨਾ,
ਕਦੇ ਅਸੀਂ ਆਪਣੇ ਅਵਗੁਣ ਨਹੀਂ ਪੜਤਾਲਦੇ, ਲੋਕਾਂ ਦੇ ਅਵਗੁਣ ਪੜਤਾਲੀ ਜਾਂਦੇ ਆ। ਸਾਨੂੰ ਨਿੰਦਾ ਪਿਆਰੀ ਲੱਗਦੀ ਹੈ, ਜਦਕਿ ਗੁਰੂ ਸਾਹਿਬ ਕਹਿੰਦੇ ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰਨ। ਇਹ ਮੂਰਖ ਲੋਕਾਂ ਦਾ ਕਰਮ ਹੈ। ਔਰ ਦੇਖੋ, ਜਿਸ ਦੀ ਨਿੰਦਾ ਕਰਦੇ ਆ ਉਸ ਨੂੰ ਖਬਰ ਲੱਗਦੀ ਹੈ, ਉਹ ਤੇ ਚੰਗਾ ਬਣ ਜਾਂਦੇ ਤੇ ਅਸੀਂ ਮਾੜੇ ਹੋਈ ਜਾਂਦੇ ਆ। ਰੋਜ਼ ਨਿੰਦਾ ਕਰਨ ਵਾਲਾ ਮਾੜਾ ਬਣ ਰਿਹਾ ਹੈ। ਤਾਂ ਹੀ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਐ, ਨਿੰਦਾ ਕਰੈ ਸੋ ਹਮਰਾ ਮੀਤ, ਨਿੰਦਕ ਮਾਹੇ ਹਮਾਰਾ ਚੀਤ। ਸਾਡਾ ਤੇ ਭਲਾ ਕਰ ਦਿੱਤਾ ਨਿੰਦਕ ਨੇ, ਇਸ ਲਈ ਉਹ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਨਿੰਦਾ ਹੋਏ ਤਾਂ ਬੈਕੁੰਠ ਜਾਈਏ, ਨਿੰਦਕ ਹਮਰੇ ਕਪੜੇ ਧੋਏ। ਇਹ ਗੁਰਮੁਖਾਂ ਦੀ ਨਜ਼ਰ ਹੈ। ਪਰ ਅੱਜ ਦੇ ਮਨੁੱਖ ਨੂੰ ਨਿੰਦਾ ਕਰਾਉਣ ਦੀ ਤੇ ਗੱਲ ਛੱਡੋ, ਉਹ ਆਪਣੇ ਬਾਰੇ ਤੇ ਇੱਕ ਸ਼ਬਦ ਨਹੀਂ ਸੁਣਦਾ ਤੇ ਦੂਸਰੇ ਦੀ ਨਿੰਦਾ ਘੰਟਿਆਂ ਬੱਧੀ ਕਰੀ ਜਾਂਦਾ ਹੈ, ਕਿਉਂਕਿ ਪਰਾਈ ਨਿੰਦਾ ਕਰਨ ਦਾ ਸਵਾਦ ਜੋ ਪਿਆ ਹੈ, ਰਸ ਆ ਰਿਹਾ ਹੈ। ਇਹ ਤਿੰਨੇ ਚੀਜ਼ਾਂ ਨੇ, ਪਰਾਇਆ ਤਨ ਵੀ, ਪਰਾਇਆ ਧਨ ਵੀ ਤੇ ਨਿੰਦਾ ਵੀ ਚੰਗੀ ਲੱਗਦੀ ਹੈ, ਲੇਕਿਨ ਗੁਰਮੁਖ ਦੀ ਨਿਸ਼ਾਨੀ ਨਹੀਂ। ਪਰ ਨਿੰਦਾ ਸੁਣ ਆਪ ਹਟਾਵੇ ਤੇ ਭਾਈ ਸਾਹਿਬ ਕਹਿੰਦੇ ਗੁਰਮੁਖ ਸੋਈ ਸਹਿਜ ਸਮਾਵੈ। ਉਹ ਹੈ ਅਸਲ ਗੁਰਮੁਖ, ਉਹ ਹੈ ਅਸਲ ਗੁਰਮਤ ਦਾ ਧਾਰਨੀ। ਉਹਨਾਂ ਵਿੱਚ ਕਹਿੰਦੇ ਬੈਰੀ ਕਾਰਨ ਪਾਪ ਕਰਤਾ ਬਸਤ ਰਖੀ ਅਮਾਨਾ। ਜਿਹੜੀ ਵਸਤ ਕਮਾਣ ਆਇਆ ਸੀ ਨਾ, ਅਮਾਨਾ ਦਾ ਅਰਥ ਹੈ ਅਮਨ ਅਮਾਨ, ਤੇ ਇਸ ਦੇ ਜੀਵਨ ਵਿੱਚੋਂ ਕਿਤੇ ਦੂਰ ਰਹਿ ਗਈ ਉਹ ਵਸਤੂ। ਨਾਮ ਇਕੱਠਾ ਕਰਨ ਆਇਆ ਸੀ, ਨਾਮ ਧਨ ਨਹੀਂ ਜੋੜ ਪਾਉਂਦਾ। ਸਤਿਗੁਰੂ ਕਹਿੰਦੇ ਛੋੜ ਜਾਏ ਤਿਨ ਹੀ ਸਿਉ ਸੰਗੀ, ਸਾਜਨ ਸਿਉ ਬਹਿਰਾਨਾ। ਜਿਨ੍ਹਾਂ ਨੂੰ ਛੱਡ ਕੇ ਤੁਰ ਜਾਣਾ ਜਗਤ ਤੋਂ, ਪਦਾਰਥਾਂ ਨੂੰ, ਮੋਹ ਮਾਇਆ, ਵਿਸ਼ੇ ਵਿਕਾਰ ਆਖਦੇ ਨੇ, ਇਹ ਉਸੇ ਦੇ ਨਾਲ ਜੁੜਿਆ। ਛੋੜ ਜਾਏ ਤਿਨ ਹੀ ਸਿਉ ਸੰਗੀ। ਗੁਰੂ ਕਹਿੰਦੇ ਆ ਨਾ, ਰੋਜ਼ ਪੜ੍ਹਦੇ ਆ, ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਹਾਈ ਤਿਸ ਪਰ ਹਰੈ, ਚੰਦਨ ਲੇਪ ਉਤਾਰੈ ਧੋਏ। ਉਦਾਹਰਨ ਖੋਤੇ ਦੀ ਹੈ। ਕਹਿੰਦੇ ਗਧਾ ਹੈ ਨਾ, ਗਧੇ ਦੇ ਉੱਤੇ ਚੰਦਨ ਦਾ ਲੇਪ ਚੜਾ ਦਿਓ, ਲੇਕਿਨ ਉਸਨੇ 2 ਮਿੰਟਾਂ 'ਚ ਫਿਰ ਰੇਤੇ ਮਿੱਟੀ ਘੱਟੇ 'ਚ ਲੇਟ ਲੈਣਾ। ਚੰਦਨ ਲੇਪ ਉਤਾਰੈ ਧੋਏ, ਗਰਦਪ ਪ੍ਰੀਤ ਭਸਮ ਸੰਗ ਹੋਏ। ਇਹ ਹਾਲਤ ਹੈ ਮਨੁੱਖ ਦੀ। ਬੰਦਗੀ ਕਰਨ ਆਇਆ ਸੀ, ਉਹ ਬੈਰੀ ਹੋ ਗਿਆ। ਜੋ ਛੱਡਣਾ ਸੋ ਅਸਥਿਰ ਕਰ ਮਾਨੈ ਹੋ ਗਿਆ, ਜੋ ਹੋਵਨ ਸੋ ਦੂਰ ਪਰਾਨੇ ਹੋਇਆ ਪਿਆ। ਤੇ ਸਤਿਗੁਰੂ ਕਹਿੰਦੇ ਸਾਜਨ ਸਿਉ ਬੈਰਾਨਾ, ਰੱਬ ਦਾ ਗੁਰੂ ਦਾ ਬੈਰੀ ਬਣਿਆ ਫਿਰਦਾ। ਸਗਲ ਸੰਸਾਰ ਇਹ ਵਿਦ ਵਿਆਪਿਓ। ਇਹ ਸਾਰੇ ਜਗਤ ਨੂੰ ਵਿਆਪ ਰਹੀ ਹੈ ਮਾਇਆ। ਸੋ ਉਬਰਿਓ ਜਿਸ ਗੁਰ ਪੂਰਾ, ਬਚਦਾ ਉਹ ਹੈ ਜਿਸ ਦਾ ਗੁਰੂ ਪੂਰਾ ਹੈ। ਕਹੋ ਨਾਨਕ ਭਵ ਸਾਗਰ ਤਰਿਓ। ਹਜ਼ੂਰ ਕਹਿੰਦੇ ਹੈ, ਇਹ ਨਾਨਕ ਆਖ ਸੰਸਾਰ ਸਾਗਰ ਵਿੱਚੋਂ ਉਹ ਮਨੁੱਖ ਤਰਦਾ ਹੈ ਭਏ ਪੁਨੀਤ ਸਰੀਰਾ, ਜਿਹੜਾ ਗੁਰੂ ਆਗਿਆ ਕਮਾ ਕੇ ਜਾਗ ਕੇ ਤੇ ਆਪਣੇ ਜੀਵਨ ਨੂੰ ਗੁਰੂ ਹੁਕਮ ਦੀ ਕਮਾਈ ਕਰਦੇ ਆ ਪਵਿੱਤਰ ਕਰ ਲੈਂਦਾ ਹੈ। ਉਹ ਸਰੀਰ ਪਵਿੱਤਰ ਹੈ, ਉਹ ਸਰੀਰ ਵਿਕਾਰਾਂ ਤੋਂ ਆਜ਼ਾਦ ਹੈ, ਜਿਹੜਾ ਨਾਮ ਦਾ ਵਪਾਰੀ ਹੈ ਤੇ ਨਾਮ ਦਾ ਵਣਜ ਕਰਦਾ ਹੈ। ਸਤਿਗੁਰੂ ਦਾਤਾਰ ਨੇ ਅੱਜ ਦੇ ਇਸ ਪਾਵਨ ਹੁਕਮ ਵਿੱਚ ਜੋ ਸਾਨੂੰ ਪ੍ਰੇਰਣਾ ਦਿੱਤੀ, ਜੋ ਰਹਾਓ ਹੈ ਨਾ, ਫਿਰ ਇੱਕ ਵਾਰੀ ਪੰਕਤੀ ਪੜ੍ਹਦੇ ਆ। ਅੰਧੇ ਚੇਤ ਹਰ ਹਰ ਰਾਇਆ, ਤੇਰਾ 100 ਦਿਨ ਨੇੜੇ ਆਇਆ। ਇਸ ਕਰਕੇ ਆਪਣੇ ਗੁਰੂ ਦੀ ਆਗਿਆ ਦੇ ਮੁਤਾਬਕ, ਆਪਣੇ ਗੁਰੂ ਦੇ ਹੁਕਮ ਦੇ ਮੁਤਾਬਕ ਆਪਾਂ ਆਪਣਾ ਜੀਵਨ ਜੀਣ ਦਾ ਯਤਨ ਕਰੀਏ। ਤੇ ਸਾਨੂੰ ਸਾਡੇ ਗੁਰੂ ਦੀ ਜੋ ਸੱਚੀ ਸੁੱਚੀ ਨਿਰਮਲ ਆਗਿਆ ਹੈ, ਉਹ ਇਹੀ ਹੈ ਕਿ ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਗੁਰੂ ਦੀ ਆਗਿਆ ਹੈ ਕਿ ਗੁਰੂ ਦਾ ਹੁਕਮ ਕਮਾ ਕੇ, ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ, ਸਾਰੇ ਗੁਰ ਬਾਣੀ ਕਹੈ, ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰੂ ਦੀ ਬਾਣੀ ਦੀ ਆਗਿਆ, ਗੁਰੂ ਦੇ ਹੁਕਮ ਦੇ ਮੁਤਾਬਕ ਜ਼ਿੰਦਗੀ ਸਵਾਰੀਏ ਜੀ, ਫਿਰ ਸਾਡਾ ਲੋਕ ਪਰਲੋਕ ਸੁਹੇਲਾ ਹੋਏਗਾ। ਇਤਨੇ ਕੁ ਬਚਨ ਪ੍ਰਵਾਨ ਕਰਨੇ, ਸ਼ਬਦ ਵਿਚਾਰ ਕਰਦੇ ਹਾਂ। ਹੋਈਆਂ ਬੇਅੰਤ ਭੁੱਲਾਂ ਗਲਤੀਆਂ ਲਈ ਦਾਸ ਖਿਮਾ ਦਾ ਜਾਚਕ ਹੈ। ਤੇ ਜਿਹੜੀਆਂ ਗੁਰਮਤ ਆਧਾਰ ਤੇ ਸਿੱਖਿਆਵਾਂ ਨੇ ਬਾਣੀ ਦੀਆਂ,
ਉਹਨਾਂ ਨੂੰ ਆਪਾਂ ਸਾਰੇ ਸਮੇਤ ਮੇਰੇ ਰਲ ਮਿਲ ਕਮਾਈਏ, ਫਿਰ ਸਾਡਾ ਗੁਰੂ ਕੋਲ ਆਇਆ ਪ੍ਰਵਾਨ ਹੈ। ਫਿਰ ਖਿਮਾ ਮੰਗਦਾ, ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ